ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨ ਕੋਈ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ। ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਮਾਰੂ ਮਹੱਲਾ ਤੀਜਾ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਹੋਂ ਤਿਨ ਬਲਿਹਾਰੀ ਜੋ ਸਾਚੈ ਲਾਗੇ, ਹਰ ਗੁਣ ਗਾਵਹਿ ਅਨ ਦਿਨ ਜਾਗੇ। ਸਾਚਾ ਸੂਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਹਰ ਨਾਮ ਚੇਤਾ ਅਬਰ ਨਾ ਪੂਜਾ, ਏਕੋ ਸੇਵੀ ਅਬਰ ਨਾ ਦੂਜਾ। ਪੂਰੈ ਗੁਰ ਸਭ ਸੱਚ ਦਿਖਾਇਆ, ਸੱਚੈ ਨਾਮ ਨਿਵਾਸੀ ਹੈ। ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ, ਆਪ ਭੂਲਾ ਜਾਂ ਖਸਮ ਭੁਲਾਇਆ। ਹਰ ਜਿਉ ਮਿਲੈ ਤਾਂ ਗੁਰਮੁਖ ਬੂਝੈ, ਚੀਨੈ ਸ਼ਬਦ ਅਬਨਾਸੀ ਹੈ। ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ, ਆਪ ਭੂਲਾ ਜਾਂ ਖਸਮ ਭੁਲਾਇਆ। ਹਰ ਜਿਉ ਮਿਲੈ ਤਾਂ ਗੁਰਮੁਖ ਬੂਝੈ, ਚੀਨੈ ਸ਼ਬਦ ਅਬਨਾਸੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬੜ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਗੁਰਮੁਖ ਪਿਆਰਿਆਂ ਪਾਸੋਂ, ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ
ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਮਾਰੂ ਰਾਗ ਦੇ ਵਿੱਚੋਂ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ੍ਹ ਵਾਲੀ ਵਿਚਾਰ ਦੇ ਵਿੱਚ ਆਪ ਜੀ ਨੇ ਪਹਿਲੇ 4 ਪਦਿਆਂ ਦੀ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ 5ਵੇਂ ਪਦੇ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਕਰੋ ਆਪਣੀ ਰਸਨਾ ਨੂੰ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਕਿਸੇ ਪਾਂਡੇ ਨਾਲ ਸੰਵਾਦ ਹੋ ਰਿਹਾ ਹੈ। ਉਹ ਪਾਂਡਾ ਜਿਹੜਾ ਕਰਮਕਾਂਡੀ ਹੈ, ਜਿਹਨੇ ਧਰਤੀ ਦਾ ਲੇਪਨ ਕੀਤਾ। ਲੇਪਨ ਕਰਨ ਉਪਰੰਤ ਬਾਲਣ ਉੱਤੇ ਛਿੱਟਾ ਦੇਣਾ ਕੀਤਾ ਤੇ ਇਸ ਤਰ੍ਹਾਂ ਲਕੀਰ ਕੱਢ ਦਿੱਤੀ, ਜਿਹਨੂੰ ਕਾਰ ਕਹਿੰਦੇ ਨੇ। ਤੇ ਉਸ ਸੁੱਚਾ ਚੌਂਕਾ ਕਰਕੇ ਉਹਦੇ ਉੱਤੇ ਭੋਜਨ ਤਿਆਰ ਕਰ ਰਿਹਾ ਹੈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਾਲ ਵਿਚਾਰ ਹੋ ਰਹੀ, ਕਿਉਂ ਗੁਰੂ ਪਾਤਸ਼ਾਹ ਦੇ ਕੋਲ ਬਹੁਤ ਸਾਰੇ ਇਹੋ ਜਿਹੇ ਬ੍ਰਾਹਮਣ ਲੋਕ ਆਏ ਨੇ ਜਿਨ੍ਹਾਂ ਦੇ ਅੰਦਰ ਜਾਤ ਦਾ ਅਭਿਮਾਨ ਸੀ, ਹੰਕਾਰ ਸੀ। ਤੇ ਜਾਤ ਅਭਿਮਾਨੀਆਂ ਦਾ ਹੰਕਾਰ ਸਤਿਗੁਰੂ ਮਹਾਰਾਜ ਨੇ ਦੂਰ ਕੀਤਾ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹੋ ਜਿਹੇ ਬਹੁਤ ਸਾਰੇ ਆਏ ਨੇ। ਜਦੋਂ ਸਤਿਗੁਰੂ ਜੀ ਨੇ ਪਹਿਲੇ ਪੰਗਤ ਤੇ ਪਾਛੇ ਸੰਗਤ ਦੀ ਪ੍ਰਥਾ ਪ੍ਰਾਰੰਭ ਕੀਤੀ ਨਾ, ਇਹ ਜਾਤ ਅਭਿਮਾਨੀ ਜਿਹੜੇ ਲੋਕ ਸੀ ਅੱਗ ਬਬੂਲੇ ਹੋਏ ਸੀ ਕਿ ਗੁਰੂ ਦਾ ਦਰਬਾਰ ਤਾਂ ਠੀਕ ਹੈ, ਗੁਰੂ ਦੇ ਦਰਬਾਰ ਦੇ ਵਿੱਚ ਸੰਗਤਾਂ ਆਉਂਦੀਆਂ ਨਤਮਸਤਕ ਹੁੰਦੀਆਂ ਹਨ, ਸਤਿਗੁਰ ਦੀ ਟਹਿਲ ਸੇਵਾ ਕਰਦੀਆਂ, ਮੁਬਾਰਕ ਹੈ। ਪਰ ਸਤਿਗੁਰ ਦੇ ਕੋਲ ਬਹੁਤ ਸਾਰੇ ਨੀਵੀਆਂ ਜਾਤਾਂ ਵਾਲੇ ਲੋਕ ਨੇ ਤੇ ਅਸੀਂ ਬ੍ਰਾਹਮਣ ਕੁੱਲ ਵਿੱਚ, ਅਸੀਂ ਖੱਤਰੀ ਕੁੱਲ ਦੇ ਵਿੱਚ ਹਾਂ, ਇਸ ਤਰ੍ਹਾਂ ਇਹ ਮਾਣ ਕਰਦੇ ਸੀ। ਤੇ ਗੁਰੂ ਸਾਹਿਬਾਨ ਜੀ ਨੇ ਫਿਰ ਉਹਨਾਂ ਨੂੰ ਉਪਦੇਸ਼ ਦੇ ਕੇ ਸਮਝਾਉਣਾ ਕੀਤਾ। ਕਹਿੰਦੇ ਨੇ ਜਾਤ ਕਾ ਗਰਭ ਨਾ ਕਰੀਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਅਸਲ ਵਿੱਚ ਉਹ ਬ੍ਰਾਹਮਣ ਹੈ, ਜਾਤ ਕਰਕੇ ਕੋਈ ਬ੍ਰਾਹਮਣ ਨਹੀਂ ਹੈ। ਤੇ ਸਤਿਗੁਰੂ ਇਸ ਪਾਂਡੇ ਨੂੰ ਵੀ ਕਹਿ ਰਹੇ ਨੇ। ਪਾਂਡਾ ਕਹਿਣ ਲੱਗਿਆ, ਦੇਖੋ ਜੀ ਅਸੀਂ ਆਪਣਾ ਭੋਜਨ ਤਿਆਰ ਕਰਦੇ ਹਾਂ, ਭੋਜਨ ਤਿਆਰ ਕਰਨ ਵੇਲੇ ਅਸੀਂ ਚੌਂਕੇ ਨੂੰ ਸੁੱਚਾ ਕਰ ਲੈਂਦੇ ਹਾਂ। ਸਤਿਗੁਰੂ ਕਹਿਣ ਲੱਗੇ ਕਿਵੇਂ ਸੁੱਚਾ ਕਰਦੇ ਹੋ? ਕਹਿਣ ਲੱਗੇ ਗੋਹੇ ਦਾ ਲੇਪਨ, ਗਾਂ ਦੇ ਗੋਹੇ ਦਾ ਲੇਪਨ ਕਰ ਲਿਆ, ਲੱਕੜਾਂ ਉੱਤੇ ਜਿਹੜਾ ਬਾਲਣ ਹੈ ਜਲ ਦਾ ਛਿੱਟਾ ਦਿੱਤਾ। ਇਸ ਤਰ੍ਹਾਂ ਫਿਰ ਕਾਰ ਕੱਢੀ ਜਾਂਦੀ ਹੈ, ਲਕੀਰ ਖਿੱਚੀ ਜਾਂਦੀ ਹੈ, ਉਸ ਚੌਂਕੇ ਉੱਤੇ ਫਿਰ ਭੋਜਨ ਤਿਆਰ ਕੀਤਾ ਜਾਂਦਾ ਹੈ। ਸਤਿਗੁਰੂ ਤੁਸੀਂ ਤੁਹਾਡੇ ਲੰਗਰਾਂ ਦੇ ਵੀ ਦੇਖਿਆ ਜਾਂਦਾ ਕੋਈ ਕਾਰ ਨਹੀਂ ਕੱਢੀ ਹੋਈ ਹੈ, ਕੋਈ ਲੇਪਨ ਨਹੀਂ ਕੀਤਾ ਹੋਇਆ ਹੈ। ਤੁਹਾਡੇ ਹਰੇਕ ਜਾਤੀ ਦੇ ਲੋਕ ਇੱਥੇ ਸੇਵਾ ਕਰਦੇ ਨੇ। ਸਤਿਗੁਰੂ ਤੁਹਾਡੇ ਸੁੱਚ ਨਹੀਂ ਹੈ। ਸਤਿਗੁਰੂ ਜੀ ਨੇ ਬਚਨ ਕੀਤੇ, ਜਿਵੇਂ ਗੁਰਬਾਣੀ ਦਾ ਫਰਮਾਨ ਹੈ। ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਸੁੱਚ ਹੈ, ਜਿਹੜਾ ਅਸੀਂ ਸੱਚ ਨਾਲ ਜੁੜਨਾ, ਆਪਣੇ ਸਿੱਖਾਂ ਨੂੰ ਆਪਾਂ ਸੱਚ ਨਾਲ ਜੋੜਦੇ ਨਾ, ਸੱਚ ਦਾ ਉਪਦੇਸ਼ ਦਿੰਦੇ ਆ। ਸਾਡੇ ਸਿੱਖ
ਸੱਚ ਪ੍ਰਤੱਗੀ ਬਣਦੇ ਨੇ ਅਤੇ ਹਰ ਸਮੇਂ ਸਾਸ ਗਰਾਸ ਦੁਆਰਾ ਮਾਲਕ ਨੂੰ ਚੇਤੇ ਕਰਦੇ ਹਨ। ਸੱਚੇ ਪਰਮੇਸ਼ਰ ਨੂੰ ਯਾਦ ਕਰਨਾ ਕਹਿੰਦੇ ਇਹ ਚੌਂਕਾ ਸਾਡਾ। ਇਸ ਚੌਂਕੇ ਉੱਤੇ ਕਾਰ ਕੱਢੀ ਹੈ ਜਿਹੜੀ ਆਪਣੀ ਸੁਰਤੀ ਨੂੰ ਕੇਂਦਰਿਤ ਕਰਕੇ ਉਸ ਮਾਲਕ ਦੇ ਵਿੱਚ ਜੋੜਨਾ, ਸ਼ਬਦ ਵਿੱਚ ਆਪਣੇ ਸੁਰਤੀ ਨੂੰ ਖਬੋ ਲੈਣਾ। ਗੁਰੂ ਪਾਤਸ਼ਾਹ ਕਹਿੰਦੇ ਇਹ ਭਾਈ ਕਾਰ ਹੈ। ਤੇ ਹਰ ਨਾਮ ਭੋਜਨ ਸੱਚ ਆਧਾਰਾ। ਜਿੱਥੇ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ 24 ਘੰਟੇ ਗੁਰੂ ਕੇ ਲੰਗਰ ਚੱਲਦੇ ਨੇ। ਦੋ ਪ੍ਰਕਾਰ ਦੇ ਲੰਗਰ ਨੇ, ਇੱਕ ਸਾਡੀ ਪੇਟ ਦੀ ਪੂਰਤੀ ਲਈ ਜਿਹਨੂੰ ਖਾ ਕੇ ਸਾਡੀ ਭੁੱਖ ਮਿਟਦੀ ਹੈ, ਤੇ ਦੂਜਾ ਲੰਗਰ ਹੈ ਨਾਮ ਦਾ ਲੰਗਰ, ਸ਼ਬਦ ਦਾ ਲੰਗਰ। ਇਹ ਵੀ ਗੁਰੂ ਦੇ ਦਰਬਾਰਾਂ ਦੇ ਵਿੱਚ 24 ਘੰਟੇ ਵਰਤਦਾ ਹੈ। ਜਿਹੜੇ ਜਗਿਆਸੂ ਜਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੇ ਨੇ ਉਹ ਨਤਮਸਤਕ ਹੁੰਦੇ। ਜਿੱਥੇ ਉਹ ਆਪਣੀ ਸੁਰਤੀ ਦੀ ਖੁਰਾਕ ਗੁਰੂ ਦੇ ਸ਼ਬਦ ਨੂੰ ਬਣਾਉਂਦੇ ਨੇ, ਉੱਥੇ ਨਾਲ ਹੀ ਗੁਰੂ ਸਰ ਜਦੋਂ ਭੁੱਖ ਲੱਗਦੀ ਹੈ ਤੇ ਗੁਰੂ ਕੇ ਲੰਗਰਾਂ ਵਿੱਚ ਭੋਜਨ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੇ ਹਨ। ਤੇ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਸੱਚੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਨਾ, ਕਹਿੰਦੇ ਇਹੀ ਸਾਡਾ ਪਰਮਾਤਮਾ ਦਾ ਨਾਮ ਹੀ ਸੱਚਾ ਭੋਜਨ ਹੈ। ਇਹ ਆਪਾਂ ਨਾਮ ਰੂਪੀ ਭੋਜਨ ਛਕਦੇ ਹਾਂ, ਜਿਹਨੂੰ ਛਕ ਕੇ ਫਿਰ ਸਾਨੂੰ ਭੁੱਖ ਨਹੀਂ ਲੱਗਦੀ ਹੈ, ਵਿਕਾਰਾਂ ਦੀ ਭੁੱਖ ਮਿਟ ਜਾਂਦੀ ਹੈ। ਜਿਵੇਂ ਆਪਾਂ ਰੋਜ਼ਾਨਾ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਨਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਕਿ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਤੇ ਪ੍ਰਭੂ ਦੇ ਪਿਆਰੇ ਜਿਹੜੇ ਨੇ ਜਦੋਂ ਉਹ ਲੰਗਰ ਪਾਣੀ ਵੀ ਛਕਦੇ ਨੇ ਤੇ ਉਦੋਂ ਵੀ ਮਾਲਕ ਨੂੰ ਚੇਤੇ ਕਰਦੇ, ਕਦੇ ਪ੍ਰਭੂ ਨੂੰ ਵਿਸਾਰਦੇ ਨਹੀਂ ਹਨ। ਸਤਿਗੁਰੂ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਪਾਤਸ਼ਾਹ ਦਾ ਫਰਮਾਨ ਹੈ, ਦੱਸਿਆ ਸਤਿਗੁਰੂ ਨੇ ਕਿ ਕਿਵੇਂ ਪਰਮੇਸ਼ਰ ਨੂੰ ਚੇਤੇ ਕਰਨਾ ਹੈ। ਸਤਿਗੁਰੂ ਕਹਿੰਦੇ ਨੇ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਕਹਿੰਦੇ ਜਿਹਦੀ ਪ੍ਰਸਾਦ ਕਿਰਪਾ ਦੇ ਰਾਹੀਂ ਇਹ ਜੀਵ ਤੋਂ 36 ਪ੍ਰਕਾਰ ਦੇ ਅੰਮ੍ਰਿਤ ਰੂਪੀ ਭੋਜਨ ਖਾਂਦਾ। 36 ਪ੍ਰਕਾਰ ਦੇ ਪਕਵਾਨ ਕੀ ਨੇ? ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ। 36 ਪ੍ਰਕਾਰ ਦੇ ਪਕਵਾਨ ਨੇ ਕਿ ਮਨ ਪਸੰਦ ਭੋਜਨ ਛਕ ਲੈਣਾ। ਹੁਣ ਇਹ ਨਹੀਂ ਕਿ 36 ਪ੍ਰਕਾਰ ਦੇ ਪਦਾਰਥ ਅੱਗੇ ਰੱਖ ਦਿੱਤੇ ਨੇ ਤੇ ਆਪਾਂ ਉਹ ਛਕਣੀ ਨਹੀਂ। ਜਿਹੜਾ ਮਨ ਕਰ ਗਿਆ, ਦਿਲ ਕੀਤਾ ਕਿ ਅੱਜ ਮਿੱਠਾ ਖਾਣਾ, ਅੱਜ ਆਹ ਖਾਣਾ ਹੈ, ਉਹ ਤਿਆਰ ਕਰਕੇ ਛਕ ਲੈਣਾ, ਉਹ ਮਿਲ ਜਾਣਾ। ਤੇ ਸਤਿਗੁਰੂ ਕਹਿੰਦੇ ਮਿਲਿਆ ਕਿੱਥੋਂ? ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ। ਪਰਮਾਤਮਾ ਹੀ ਸਾਰਿਆਂ ਰੋਜੀ ਰੋਟੀ ਦੇ ਰਿਹਾ ਹੈ। ਇਸ ਕਰਕੇ ਕਹਿੰਦੇ ਉਹਦਾ ਧੰਨਵਾਦ ਕਰ। ਕਿਵੇਂ ਧੰਨਵਾਦ ਕਰਨਾ? ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਭ ਹੈ, ਤਿਸ ਕੋ ਸਿਮਰ ਪਰਮ ਗਤ ਪਾਵੈ। ਹੁਣ ਜਦੋਂ ਮਨੁੱਖ ਦੇ ਸਰੀਰ ਉੱਤੇ ਪਸੀਨਾ ਆਉਣ ਦੇ ਨਾਲ ਬਦਬੂ ਆ ਜਾਂਦੀ ਹੈ ਤੇ ਆਪਣੇ ਸਰੀਰ ਉੱਤੇ ਅਨੇਕਾਂ ਪ੍ਰਕਾਰ ਦੇ ਪਰਫਿਊਮ ਇਤਿਆਦਿਕ ਜੀਵ ਜਿਹੜਾ ਹੈ ਇਸਤੇਮਾਲ ਕਰਦਾ ਹੈ ਤਾਂ ਕਿ ਮੇਰੇ ਬੋਡੀ ਵਿੱਚੋਂ ਪਸੀਨੇ ਦੀ ਬਦਬੂ ਨਾ ਆਵੇ। ਤੇ ਸਤਿਗੁਰੂ ਨੇ ਸਮਝਾਇਆ, ਜਦੋਂ ਤੂੰ ਆਪਣੇ ਸਰੀਰ ਨੂੰ ਅਤਰ ਇਤਿਆਦਿਕ ਲਗਾ ਰਿਹਾ ਹੈ, ਕਹਿੰਦੇ ਅਤਰ ਇਤਿਆਦਿਕ ਲਗਾਉਂਦਿਆਂ ਹੋਇਆਂ ਵੀ ਕਹਿੰਦੇ ਪਰਮਾਤਮਾ ਨੂੰ ਚੇਤੇ ਕਰਨਾ, ਉਸ ਮਾਲਕ ਦਾ ਸਿਮਰਨ ਕਰਨਾ ਕਿ ਪਰਮਾਤਮਾ ਤੇਰਾ ਧੰਨਵਾਦ ਹੈ, ਤੈਂ ਮੈਨੂੰ ਖਾਣ ਲਈ ਭੋਜਨ ਦੇਣਾ ਕੀਤਾ ਹੈ, ਇਹ ਸਰੀਰ ਉੱਤੇ ਅਤਰ ਇਤਿਆਦਿਕ ਇਹ ਲਾਉਣ ਲਈ ਦੇਣਾ ਕੀਤਾ ਹੈ। ਤੇ ਇਸ ਤਰ੍ਹਾਂ ਮਾਲਕ ਨੂੰ ਯਾਦ ਕਰਨਾ ਹੈ। ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ।
ਕਹਿੰਦੇ ਜਿਸ ਪਰ ਗੁਰੂ ਦੀ ਕਿਰਪਾ ਦੇ ਨਾਲ ਸਰੀਰ ਉੱਤੇ ਤੂੰ ਅਨੇਕਾਂ ਪ੍ਰਕਾਰ ਦੇ ਰੇਸ਼ਮੀ ਵਸਤਰ ਪਹਿਨਦਾ, ਸਰਦੀਆਂ ਵਿੱਚ ਗਰਮ ਵਸਤਰ ਪਹਿਨਦਾ ਅਤੇ ਗਰਮੀਆਂ ਦੇ ਵਿੱਚ ਤੂੰ ਜਿਹੜੇ ਵਸਤਰ ਹੈ ਉਹ ਤੂੰ ਵਸਤਰ ਪਹਿਨਦਾ, ਬਰੀਕ ਵਸਤਰ ਪਹਿਨਦਾ, ਪਤਲੇ ਵਸਤਰ ਪਹਿਨਦਾ ਹੈ ਤਾਂ ਕਿ ਤੈਨੂੰ ਗਰਮੀ ਨਾ ਲੱਗੇ, ਠੰਡੇ ਵਸਤਰ ਪਹਿਨਦਾ ਹੈ। ਕਹਿੰਦੇ ਤੇਰਾ ਫਰਜ਼ ਬਣਦਾ ਨਾ ਉਸ ਮਾਲਕ ਨੂੰ ਚੇਤੇ ਕਰਨਾ, ਮਾਲਕ ਦਾ ਧੰਨਵਾਦ ਕਰਨਾ। ਅਤੇ ਗੁਰੂ ਪਾਤਸ਼ਾਹ ਇਹੀ ਬਚਨ ਕਰ ਰਹੇ ਹਨ। ਕਹਿੰਦੇ ਸਾਡੇ ਜਿਹੜੇ ਸਿੱਖ ਨੇ ਨਾ ਉਹ ਹਰੀ ਦਾ ਨਾਮ ਰੂਪੀ ਭੋਜਨ ਛਕਦੇ ਨੇ, ਉਹਨਾਂ ਨੇ ਸੱਚ ਨੂੰ ਹੀ ਆਪਣੇ ਨਾਮ ਦਾ ਆਧਾਰ ਆਸਰਾ ਬਣਾਉਣਾ ਕੀਤਾ ਏ। ਬਾਕੀ ਸਾਡੇ ਕੋਈ ਇਹ ਕਾਰ ਨਹੀਂ ਕੱਢੀ ਜਾਂਦੀ ਹੈ, ਕਿਉਂਕਿ ਮਤ ਭਿੱਟਾ ਬੇਮਤ ਭਿੱਟਾ, ਇਹ ਅੰਨ ਸਾਡਾ ਫਿੱਟ ਹੈ, ਤਨ ਫਿੱਟ ਹੈ ਫੇਰ ਕਰੇਨ, ਮਨ ਜੂਠੈ ਚੁਲੀ ਭਰੇਣ, ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੈ ਤਾਂ ਪਰਮ ਗਤ ਪਾਈ। ਆਸਾਕੀ ਵਾਰ ਵਿੱਚ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਇਸ ਤਰ੍ਹਾਂ ਕੋਈ ਨਹੀਂ ਪਿੱਟਦਾ। ਜੇ ਤੁਹਾਡੇ ਚੌਂਕੇ ਉੱਤੇ ਕੋਈ ਸ਼ੂਦਰ ਚੜ੍ਹ ਕੇ ਆ ਗਿਆ ਜਾਂ ਕੋਈ ਹੋਰ ਆ ਗਿਆ, ਤੁਸੀਂ ਕਹਿੰਦੇ ਸਾਡਾ ਚੌਂਕਾ ਭਿੱਟ ਗਿਆ, ਪਾਤਸ਼ਾਹ ਕਹਿੰਦੇ ਨਹੀਂ, ਇਸ ਤਰ੍ਹਾਂ ਅੰਨ ਨਹੀਂ ਫਿੱਟਦਾ, ਚੌਂਕਾ ਨਹੀਂ ਫਿੱਟਦਾ ਹੈ। ਕਹਿੰਦੇ ਅਸਲ ਵਿੱਚ ਸੁੱਚ ਕਿਹੜੀ ਹੈ? ਕਹੋ ਨਾਨਕ ਸੱਚ ਧਿਆਈ ਹੈ। ਸੱਚੇ ਪਰਮੇਸ਼ਰ ਦੀ ਆਰਾਧਨਾ ਕਰਨੀ, ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ। ਕਹਿੰਦੇ ਜਦੋਂ ਇਹ ਸੁੱਚ ਅੰਦਰ ਪ੍ਰਾਪਤ ਹੋ ਗਈ, ਕਹਿੰਦੇ ਫਿਰ ਅਸਲ ਵਿੱਚ ਜਾਣਿਓ ਤਾਂ ਸੱਚ ਪਾਈਏ, ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਵਾਂਗੇ। ਇਹ ਨਹੀਂ ਬਾਹਰੋਂ ਆਪਾਂ ਜਿੰਨੇ ਮਰਜ਼ੀ ਇਸ਼ਨਾਨ ਇਤਿਆਦਿ ਕਰ ਲਈਏ, ਚੌਂਕੇ ਸੁੱਚੇ ਕਰ ਲਈਏ ਅਤੇ ਅੰਦਰ ਕਪਟ ਹੋਵੇ, ਛਲ ਹੋਵੇ ਅਤੇ ਗੁਰੂ ਸਵਾਰੇ ਫਿਰ ਮਾਫ ਕਰਨਾ, ਉਹ ਸੁੱਚ ਸਤਿਗੁਰ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਹੁਣ ਇਹਦਾ ਮਤਲਬ ਇਹ ਨਹੀਂ ਇਸ਼ਨਾਨ ਇਤਿਆਦਿਕ ਨਹੀਂ ਕਰਨਾ, ਸਰੀਰ ਦੀ ਸਫਾਈ ਆਪਾਂ ਕਰਨੀ ਹੈ। ਸਾਡੇ ਗੁਰੂ ਪਾਤਸ਼ਾਹ ਦਾ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਸਿੱਖ ਨੇ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਹੀ ਕਰਨਾ ਹੈ, ਕਿਰਿਆ ਸੁਧ ਨਹੀਂ ਹੈ। ਫਿਰ ਸਿੱਖ ਨੇ ਆਪਣਾ ਨਾਮ ਬਾਣੀ ਦਾ ਜਿੱਥੇ ਤਨ ਦਾ ਇਸ਼ਨਾਨ ਆਪਾਂ ਜਲ ਵਿੱਚ ਕਰ ਲਿਆ ਅਤੇ ਮਨ ਦਾ ਇਸ਼ਨਾਨ ਗੁਰੂ ਸਵਾਰੇ ਆਪਾਂ ਸਤਿਗੁਰ ਦੀ ਬਾਣੀ ਵਿੱਚ ਕਰਨਾ ਹੈ, ਨਾਮ ਸਿਮਰਨ ਵਿੱਚ ਕਰਨਾ ਹੈ। ਫਿਰ ਗੱਲ ਬਣਨੀ। ਦੋਨੋਂ ਇਸ਼ਨਾਨ ਸਤਿਗੁਰ ਦੇ ਦਰ 'ਤੇ ਪ੍ਰਵਾਨ ਨੇ। ਇਹ ਨਹੀਂ ਕਿ ਇੱਕ ਇਸ਼ਨਾਨ ਕੀਤਾ ਦੂਜੀ ਵਾਰੀ ਆਪਾਂ ਤਨ ਦਾ ਇਸ਼ਨਾਨ ਕਰ ਲਿਆ ਅਤੇ ਮਨ ਦਾ ਕੀਤਾ ਨਹੀਂ, ਫਿਰ ਨਹੀਂ ਗੱਲ ਬਣਨੀ ਹੈ। ਜਿੰਨੀ ਆਪਾਂ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਾਂਗੇ ਅਤੇ ਸਾਡੇ ਮਨ ਨਾਲ, ਤਨ ਦੇ ਨਾਲ ਸਾਡੇ ਮਨ ਦਾ ਇਸ਼ਨਾਨ ਵੀ ਹੋ ਰਿਹਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ। ਸਾਡੀ ਨਿਗਾਹ ਵਿੱਚ ਉਹ ਭੋਜਨ ਸੁੱਚਾ ਹੈ ਜਿੱਥੇ ਕਹਿੰਦੇ ਨੇ ਸੁਰਤੀ ਕਰਕੇ ਜੀਵ ਉਸ ਮਾਲਕ ਨਾਲ ਇੱਕਮਿਕ ਹੁੰਦਾ ਹੈ। ਨਾਮ ਦਾ ਭੋਜਨ ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੀ ਗਾਥਾ ਹੁੰਦੀ ਹੈ। ਜਦੋਂ ਹਰਿਦੁਆਰ ਦੀ ਧਰਤੀ 'ਤੇ ਸਤਿਗੁਰੂ ਮਹਾਰਾਜ ਪਹੁੰਚੇ ਸਨ, ਕਹਿੰਦੇ ਨੇ ਸਤਿਗੁਰੂ ਜੀ ਨੇ ਡੇਰਾ ਲਾਇਆ, ਪਾਤਸ਼ਾਹ ਜੀ ਨੇ ਇੱਕ ਸਾਹਮਣੇ ਸਤਿਗੁਰੂ ਦੇ ਇੱਕ ਪਾਂਡਾ ਕਹਿੰਦੇ ਨੇ ਕੀ ਦੇਖਦੇ ਪਾਤਸ਼ਾਹ, ਉਹਨੇ ਕਾਰ ਕੱਢੀ ਹੈ, ਗੋਹੇ ਦਾ ਪੋਚਾ ਲਾਇਆ, ਪੋਚਾ ਲਾ ਕੇ ਅਤੇ ਧਰਤੀ ਨੂੰ ਸੁੱਚੀ ਕਰਕੇ ਭੋਜਨ ਤਿਆਰ ਕਰਨ ਲੱਗਿਆ। ਇੱਥੋਂ ਤੱਕ ਉਹਨੇ ਆਪਣੀ ਜਿਹੜੀ ਲੱਕੜਾਂ ਸੀ ਨਾ, ਲੱਕੜਾਂ ਬਾਲਣ ਵੀ ਜਲ ਨਾਲ ਗਿੱਲਾ ਕੀਤਾ, ਛਿੱਟੇ ਦੇਣਾ ਕੀਤੇ। ਸਾਹਮਣੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ, ਭਾਈ ਮਰਦਾਨਾ ਜੀ ਕੋਲ ਹਨ। ਭਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਭੁੱਖ ਲੱਗੀ ਹੈ, ਪ੍ਰਸ਼ਾਦਾ ਤਿਆਰ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਭਾਈ ਮਰਦਾਨਾ ਜੀ, ਭੋਜਨ ਤਿਆਰ ਕਰਨ ਦੇ ਲਈ ਸਾਨੂੰ ਅੱਗ ਬਾਲਣੀ ਪਵੇਗੀ। ਅਤੇ ਅੱਗ ਸਾਹਮਣੇ ਉਹ ਦੇਖ, ਸਾਹਮਣੇ ਬ੍ਰਾਹਮਣ, ਉਹਨੇ ਅੱਗ ਬਾਲੀ ਹੋਈ ਹੈ, ਜਾਂ ਉਹਦੇ ਪਾਸੋਂ ਅੱਗ ਲੈ ਕੇ ਆਣਾ ਕਰ। ਹੁਣ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੁਕਮ ਮੰਨ ਕੇ ਜਦੋਂ ਉਸ ਬ੍ਰਾਹਮਣ ਦੇ ਚੌਂਕੇ ਉੱਤੇ ਜਾ ਕੇ ਪਹੁੰਚੇ ਨਾ, ਆਵਾਜ਼ ਮਾਰੀ, ਇਹ ਬ੍ਰਾਹਮਣ ਜੀ ਮੈਨੂੰ ਅੱਗ ਦੇਣਾ ਕਰੋ, ਅਸੀਂ ਭੋਜਨ ਤਿਆਰ ਕਰਨਾ ਹੈ। ਬ੍ਰਾਹਮਣ ਮੰਤਰਾਂ ਦਾ ਜਾਪ ਕਰ ਰਿਹਾ ਸੀ। ਜਦੋਂ ਬ੍ਰਾਹਮਣ ਨੇ ਪਿਛਾਂਹ ਨੂੰ ਮੁੜ ਕੇ ਦੇਖਣਾ ਕੀਤਾ, ਦੇਖਿਆ ਕਿ
ਨੀਵੀਂ ਜਾਤ ਵਾਲਾ, ਕਿਉਂਕਿ ਭਾਈ ਮਰਦਾਨਾ ਜੀ ਜਾਤ ਕਰਕੇ ਮਰਾਸੀ ਸੀ, ਨੀਵੀਂ ਜਾਤ ਵਾਲਾ ਮੇਰੇ ਚੌਂਕੇ ਉੱਤੇ ਆ ਗਿਆ। ਤੇ ਬ੍ਰਾਹਮਣ ਉਸ ਸਮੇਂ ਬੜਾ ਅੱਗ ਬਬੂਲਾ ਹੋਇਆ। ਅੱਗ ਬਬੂਲਾ ਹੋ ਕੇ ਕਹਿੰਦੇ ਨੇ ਉਹਨੇ ਆਪਣੇ ਬਲਦੀ ਹੋਈ ਲੱਕੜ ਲੈ ਕੇ ਨਾ, ਬਾਲਣ ਲੈ ਕੇ, ਬਲਦਾ ਹੋਇਆ ਬਾਲਣ ਚੁੱਕਿਆ ਤੇ ਭਾਈ ਮਰਦਾਨੇ ਦੇ ਮਗਰ ਮਗਰ ਦੌੜ ਪਿਆ। ਹੁਣ ਭਾਈ ਮਰਦਾਨਾ ਜੀ ਅੱਗੇ ਅੱਗੇ ਤੇ ਇਹ ਬ੍ਰਾਹਮਣ ਪਿੱਛੇ ਪਿੱਛੇ, ਕਹਿੰਦੇ ਨੇ ਉਸ ਥਾਂ 'ਤੇ ਜਾ ਕੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਨ, ਉੱਥੇ ਆ ਕੇ ਪਹੁੰਚ ਗਿਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਇਹ ਬ੍ਰਾਹਮਣ ਤਾਂ ਮੇਰੇ ਮਗਰ ਹੀ ਪੈ ਗਿਆ। ਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਪੰਡਤ ਨੂੰ ਰੋਕਿਆ, ਕਹਿਣ ਲੱਗੇ, ਆ ਪੰਡਤ ਜੀ, ਬ੍ਰਾਹਮਣ ਜੀ, ਕੀ ਗੱਲ ਹੈ? ਇੰਨਾ ਕ੍ਰੋਧ, ਇੰਨਾ ਗੁੱਸਾ, ਕੀ ਕਾਰਨ ਹੈ? ਤੇ ਅੱਗੋਂ ਇਹ ਬ੍ਰਾਹਮਣ ਆਖਣ ਲੱਗਿਆ, ਕਹਿਣ ਲੱਗਿਆ, ਦੇਖੋ ਮੈਂ ਇੰਨੀ ਮਿਹਨਤ ਮੁਸ਼ੱਕਤ ਕੀਤੀ ਹੈ, ਮੈਂ ਪੋਚਾ ਲਾਇਆ, ਲੱਕੜਾਂ ਮੈਂ ਸੁੱਚੀਆਂ ਕੀਤੀਆਂ, ਬੜੀ ਮੈਂ ਸੁਚਮਤਾ ਦੇ ਨਾਲ ਭੋਜਨ ਤਿਆਰ ਕਰ ਰਿਹਾ ਸੀ, ਮੇਰੇ ਇਹ ਮਰਾਸੀ ਜਾਤ ਵਾਲਾ ਮੇਰੇ ਚੌਂਕੇ ਉੱਤੇ ਆ ਗਿਆ, ਮੇਰਾ ਚੌਂਕਾ ਪਿੱਟ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇਸ ਤਰ੍ਹਾਂ ਚੌਂਕਾ ਨਹੀਂ ਪਿੱਟਦਾ। ਕਹਿਣ ਲੱਗੇ, ਜਾਤ ਦੀ ਗੱਲ ਕਰਦੇ ਹੋ ਤੁਸੀਂ? ਕਹਿੰਦੇ, ਇਹ ਵੀ ਇਨਸਾਨ ਹੈ, ਤੂੰ ਵੀ ਇਨਸਾਨ ਹੈ। ਤੇ ਗੱਲ ਕੀ ਹੈ ਕਿ ਜਾ ਮਨੂ ਸਿਮਰਤੀ ਮਤਾ, ਮਨੁੱਖ ਨੂੰ ਵਰਨ ਵੰਡ 'ਚ ਵੰਡਦਾ ਹੈ। ਪਰਮਾਤਮਾ ਨੇ ਇੱਕ ਇਨਸਾਨ ਬਣਾਇਆ ਸੀ ਨਾ, ਵਾਹਿਗੁਰੂ ਨੇ ਇੱਕ ਮਨੁੱਖ ਪੈਦਾ ਕੀਤਾ ਸੀ ਤੇ ਮਨੁੱਖ ਨੂੰ ਆਖਿਆ ਕਿ ਤੂੰ ਸੰਸਾਰ ਵਿੱਚ ਜਾ ਕੇ ਬੰਦਗੀ ਕਰਨਾ ਕਰ। ਆਖ ਦਿੱਤਾ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਦਾ ਨਾ ਬੰਦਾ ਤਾਂ ਪਿਆ ਬੰਦਗੀ ਕਰਨ ਵਾਲਾ। ਪਰ ਜਦੋਂ ਸੰਸਾਰ ਵਿੱਚ ਆਇਆ ਤੇ ਲੋਕਾਂ ਨੇ ਹੀ ਇੱਕ ਦੂਜੇ ਨੂੰ ਗੁਰੂ ਵਰਨ ਵੰਡ 'ਚ ਵੰਡਿਆ। ਇਸ ਤਰ੍ਹਾਂ ਫਿਰ ਅੱਜ ਤੱਕ ਆਪਾਂ ਵੰਡੇ ਜਾ ਰਹੇ ਹਾਂ। ਸਤਿਗੁਰੂ ਕਹਿਣ ਲੱਗੇ, ਅਸਲ ਵਿੱਚ ਇਹ ਪੰਡਤ, ਇਹ ਬ੍ਰਾਹਮਣ ਮੇਰੀ ਨਿਗਾਹ ਦੇ ਵਿੱਚ ਤੂੰ ਚੂੜਾ ਹੈ, ਤੂੰ ਠੱਗ ਹੈ, ਤੂੰ ਇਹਨੂੰ ਆਖ ਰਿਹਾ ਕਿ ਇਹ ਨੀਵੀਂ ਜਾਤ ਵਾਲਾ। ਕਹਿੰਦੇ ਅਸਲ ਤੇਰੇ ਵਿੱਚ ਸਾਰੇ ਔਗਣ ਨੇ। ਕਹਿਣ ਲੱਗਿਆ, ਮੈਂ ਤਾਂ ਉੱਚੀ ਕੁੱਲ ਦਾ ਬ੍ਰਾਹਮਣ ਕੁੱਲ ਵਿੱਚ ਆ, ਬ੍ਰਾਹਮਣ ਦੀ ਲੋਕ ਪੂਜਾ ਕਰਦੇ ਨੇ, ਤੁਸੀਂ ਮੈਨੂੰ ਕਿਵੇਂ ਆਖਦੇ ਹੋ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਸ਼ਬਦ ਉਚਾਰਿਆ, ਕਹਿਣ ਲੱਗੇ, ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰਮਲ ਮਕਸੂਦੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾ। ਸਤਿਗੁਰੂ ਕਹਿਣ ਲੱਗੇ, ਇਹ ਬ੍ਰਾਹਮਣ, ਇੱਕ ਗੱਲ ਦੱਸ, ਤੇਰੇ ਅੰਦਰ ਲਾਲਚ ਹੈ, ਤੇਰੇ ਅੰਦਰ ਪਦਾਰਥਾਂ ਦਾ ਲੋਭ ਹੈ, ਜੀਵ ਦੇ ਚਸਕੇ ਨੇ। ਜੇ ਕਹਿੰਦੇ ਤੂੰ ਤੇਰੇ ਅੰਦਰ ਲੱਭ ਹੈ, ਕਹਿੰਦੇ ਫਿਰ ਕੁੱਤੇ ਦੀ ਨਿਆਈ ਕੁੱਤਾ ਵੀ ਲੱਭ ਕਰਦਾ ਹੈ। ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ, ਇੱਕ ਲੱਭ, ਇੱਕ ਲੋਭ। ਦੋਨਾਂ ਦੇ ਅਰਥ ਵੱਖਰੇ ਵੱਖਰੇ ਨੇ। ਲੋਭ ਹੁੰਦਾ ਹੈ ਕਿ ਪਦਾਰਥਾਂ ਨੂੰ ਇਕੱਤਰ ਕਰਨਾ, ਮਾਇਆ ਇਕੱਤਰ ਕਰਨੀ, ਆਪਣੇ ਘਰ 'ਚ ਅਨਾਜ ਮਹੀਨੇ ਸਾਲਾਂ ਬੱਧੀ ਅਨਾਜ ਇਕੱਤਰ ਕਰਕੇ ਰੱਖ, ਫਿਰ ਵੀ ਰੱਜ ਨਹੀਂ ਆਉਣਾ, ਉਹ ਲੋਭ ਹੈ। ਲੱਭ ਹੁੰਦਾ ਹੈ, ਲੱਭ ਜੀਵ ਦੇ ਚਸਕੇ, ਜੀਵ ਦੇ ਚਸਕੇ, ਇੱਕ ਪਦਾਰਥ ਛਕਿਆ, ਦੂਜਾ ਫਿਰ ਛਕਣ ਨੂੰ ਮਨ, ਤੀਜਾ ਛਕਣ ਨੂੰ ਮਨ ਕਰ ਗਿਆ। ਇਸ ਤਰ੍ਹਾਂ ਜੀਵ ਦੇ ਚਸਕਿਆਂ ਵਿੱਚ ਫਸੇ ਰਹਿਣਾ। ਇੱਥੇ ਲੱਭ ਸ਼ਬਦ ਸਤਿਗੁਰੂ ਨੇ ਉਚਾਰਨ ਕੀਤਾ। ਜਿਵੇਂ ਕੁੱਤਾ ਖਾਣ ਦਾ ਲਾਲਚ ਕਰਦਾ ਹੈ, ਕੁੱਤੇ ਨੂੰ ਕੋਈ ਬੁਰਕੀ ਪਾ ਦੇਵੇ ਨਾ, ਜਿੱਥੋਂ ਬੁਰਕੀ ਮਿਲਦੀ ਹੈ ਕੁੱਤਾ ਉੱਧਰਲੇ ਪਾਸੇ ਨੂੰ ਚਲਿਆ ਜਾਂਦਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਪਾਂਡੇ, ਜਿਹੜਾ ਤੇਰੇ ਅੰਦਰ ਲੱਭ ਹੈ ਨਾ ਪਦਾਰਥ ਛਕਣ ਦਾ, ਇਹ ਕੂਕਰ ਹੈ, ਕੂਕਰ ਦੀ ਨਿਆਈ ਹੈ। ਲੱਭ ਕੁੱਤਾ ਕੂੜ ਚੂਹੜਾ, ਤੂੰ ਕਹਿੰਦਾ ਇਹ ਨੀਵੀਂ ਜਾਤ ਵਾਲਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੂੰ ਪਲ ਪਲ ਤੇ ਝੂਠ ਬੋਲਦਾ। ਇੱਕ ਗੱਲ ਦੱਸ, ਤੂੰ ਆਹਰ ਕਰਦਾ ਹੈ, ਤੇਰਾ ਆਹਰ ਹੈ ਲੋਕਾਂ ਦੀ ਪਾਸੋਂ ਦਾਨ ਦੇਣਾ, ਦਾਨ ਲੈਣਾ, ਪੂਜਾ ਕਰਨੀ, ਪੂਜਾ ਕਰਾਣੀ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਇਹ ਤੇਰੇ ਕਰਮ ਨੇ ਨਾ।
ਕਈ ਵਾਰੀ ਤੂੰ ਇਹ ਕਰਮ ਕਰਦਾ ਹੋਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰੀ ਝੂਠ ਬੋਲਦਾ ਏ। ਸਤਿਗੁਰੂ ਕਹਿਣ ਲੱਗੇ ਇਹ ਗੱਲ ਦੱਸ, ਝੂਠ ਬੋਲਦਾ ਕਿ ਨਹੀਂ ਬੋਲਦਾ? ਤੇ ਪਾਂਡਾ ਕਹਿਣ ਲੱਗਾ ਕਦੇ ਕਦੇ ਬੋਲਣਾ ਪੈਂਦਾ ਸੰਸਾਰ ਵਿੱਚ ਵਿਚਰਦਿਆਂ ਹੋਇਆਂ। ਜਿਵੇਂ ਸਿਆਣੇ ਦੀ ਕਹਾਵਤ ਹੈ ਨਾ, ਕਹਿੰਦੇ ਕੋਲਿਆਂ ਦੀ ਮੰਡੀ 'ਚ ਕੋਲੇ ਚੱਲਦੇ ਨੇ, ਤੇ ਕੋਲਿਆਂ ਦੀ ਮੰਡੀ 'ਚ ਕੋਲੇ ਚੱਲਦੇ ਨੇ। ਬ੍ਰਾਹਮਣ ਕਹਿਣ ਲੱਗਿਆ ਹਾਂਜੀ, ਕਦੇ ਕਦੇ ਝੂਠ ਬੋਲਣਾ ਪੈਂਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਕੂੜ ਚੂੜਾ ਸਾਡੀ ਨਹਿਰ, ਝੂਠ ਬੋਲਣਾ ਕਹਿੰਦੇ ਉਹ ਚੂੜੇ ਦੀ ਨਿਆਈ ਹੈ। ਫਿਰ ਤੀਜਾ ਵਚਨ ਸਤਿਗੁਰੂ ਕਰਨ ਲੱਗੇ, ਕਹਿਣ ਲੱਗੇ ਇੱਕ ਗੱਲ ਦੱਸ ਕਿ ਪਰਾਏ ਦਾ ਹੱਕ ਕਦੇ ਮਾਰਿਆ? ਕਹਿਣ ਲੱਗੇ ਨਹੀਂ ਜੀ। ਸਤਿਗੁਰੂ ਕਹਿਣ ਲੱਗੇ ਤੁਸੀਂ ਬ੍ਰਾਹਮਣ ਲੋਕ ਪਰਾਏ ਦਾ ਹੱਕ ਨਾ ਮਾਰਨ, ਇਹ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਦੇਖੋ ਤੁਹਾਡੀ ਬ੍ਰਾਹਮਣਾਂ ਬਾਤ ਇਹ ਕਹਾਵਤ ਹੈ ਨਾ ਕਿ ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬਰੀ ਸ਼ਿਕਾਰਨ, ਮਾਲ ਲਿਆਵੈ ਛੇਤੀ। ਰਾਹੂ ਕੇਤੂ ਦੇ ਇਹਨਾਂ ਦੇ ਜੰਜਾਲ ਵਿੱਚ ਜੀਵਨ ਨੂੰ ਪਸੰਦ ਹੈ ਕਿ ਤੇਰੇ ਉੱਤੇ ਰਾਹੂ ਭਾਰੀ, ਤੇਰੇ ਤੇ ਕੇਤੂ ਭਾਰੀ ਹੈ। ਤੇ ਪੱਤਰੀ ਬਾਚ ਕੇ ਫਿਰ ਦੱਸਦੇ ਨੇ, ਕਹਿੰਦੇ ਤੇ ਇਹ ਕਰਮ ਕਰਨਾ ਪਵੇਗਾ ਫਿਰ ਤੇਰੇ ਉੱਤੇ ਪ੍ਰਸੰਨਤਾ ਹੋਣੀ ਹੈ। ਗੁਰੂ ਪਾਤਸ਼ਾਹ ਕਹਿੰਦੇ ਕਈ ਵਾਰੀ ਐਸਾ ਹੁੰਦਾ ਹੈ ਕਿ ਤੁਸੀਂ ਪਰਾਏ ਦਾ ਹੱਕ ਮਾਰ ਕੇ ਖਾਂਦੇ ਹੋ। ਹੱਕ ਪਰਾਇਆ ਨਾਨਕਾ ਉਹ ਸੂਰ ਸਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਸਤਿਗੁਰੂ ਕਹਿਣ ਲੱਗੇ ਜਿਹੜਾ ਪਰਾਏ ਦਾ ਹੱਕ ਮਾਰਨਾ, ਕਿਸੇ ਨਾਲ ਠੱਗੀ ਕਰਨੀ ਹੈ, ਕਹਿੰਦੇ ਠੱਗ ਤਾਂ ਤੁਸੀਂ ਹੈ ਹੀ ਹੋ। ਕਹਿੰਦੇ ਕਿ ਉਹ ਭੋਲੀਆਂ ਭਾਲੀਆਂ ਸੰਗਤਾਂ ਲੋਕ ਚੱਲ ਕੇ ਆਉਂਦੇ ਨੇ, ਉਹਨਾਂ ਨੂੰ ਗੁੰਮਰਾਹ ਕਰਕੇ ਠੱਗੀਆਂ ਮਾਰਦੇ ਫਿਰਦੇ ਹੋ। ਕਹਿੰਦੇ ਠੱਗ ਖਾਧਾ ਮੁਰਦਾਰ, ਕਹਿੰਦੇ ਇਸ ਤਰ੍ਹਾਂ ਜਿਹੜਾ ਪਰਾਏ ਨਾਲ ਠੱਗੀ ਮਾਰਨੀ, ਕਹਿੰਦੇ ਇਹ ਮੁਰਦਾ ਖਾਣ ਦੀ ਨਿਆਈ ਹੈ। ਕਹਿੰਦੇ ਇਹ ਮੁਰਦਾ ਤੁਸੀਂ ਖਾ ਰਹੇ। ਤੁਸੀਂ ਕਹਿੰਦੇ ਚੌਂਕਾ ਸੁੱਚਾ ਕਰ ਲਿਆ, ਲੱਕੜਾਂ ਉੱਤੇ ਜਲ ਦੇ ਛੱਟੇ ਮਾਰ ਲਏ, ਧਰਤੀ ਨੂੰ ਪੁੱਟ ਕੇ ਇਸ ਤਰ੍ਹਾਂ ਤੁਸੀਂ ਇਹ ਭੋਜਨ ਤਿਆਰ ਕਰਨ ਲੱਗ ਪਏ, ਲਕੀਰਾਂ ਕੱਢ ਦਿੱਤੀਆਂ। ਕਹਿੰਦੇ ਇਸ ਤਰ੍ਹਾਂ ਭੋਜਨ ਸੁੱਚਾ ਨਹੀਂ ਹੋਣਾ, ਕਹਿੰਦੇ ਤੁਸੀਂ ਤਾਂ ਮੁਰਦਾ ਖਾ ਰਹੇ ਇੱਕ ਤਰ੍ਹਾਂ ਦਾ। ਫਿਰ ਅਗਲਾ ਵਚਨ ਪਾਤਸ਼ਾਹ ਨੇ ਕੀਤਾ, ਕਹਿਣ ਲੱਗੇ ਪਾਂਡਾ ਜੀ ਜਿਹੜਾ ਤੁਸੀਂ ਹੁਣੇ ਹੀ ਬੜੇ ਕ੍ਰੋਧ ਵਿੱਚ ਸਾਡੇ ਕੋਲ ਚੱਲ ਕੇ ਆਏ, ਸਾਡੇ ਸੇਵਕ ਭਾਈ ਮਰਦਾਨਾ ਜੀ ਨੂੰ ਮਾਰਨ ਲਈ ਤਿਆਰ ਹੋ ਗਏ, ਇਹ ਕੀ ਸੀ? ਕਹਿਣ ਲੱਗਿਆ ਕਿ ਪਾਤਸ਼ਾਹ ਇਹ ਕ੍ਰੋਧ ਸੀ, ਮੈਨੂੰ ਗੁੱਸਾ ਆਇਆ, ਮੇਰਾ ਜਿਹੜਾ ਚੌਂਕਾ ਸੀ ਮੇਰਾ ਨੇ ਭਿੱਟ ਦਿੱਤਾ, ਇਹ ਨੀਵੀਂ ਜਾਤ ਚੌਂਕੇ ਉੱਤੇ ਆਇਆ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੀ ਨਿਗਾਹ ਦੇ ਵਿੱਚ ਜਿਹੜਾ ਮਨ 'ਚ ਕ੍ਰੋਧ ਆਉਣਾ ਹੈ, ਕਹਿੰਦੇ ਅਸਲ ਵਿੱਚ ਕਹਿੰਦੇ ਅਗਨ ਕ੍ਰੋਧ ਚੰਡਾਲ ਹੈ। ਕਹਿੰਦੇ ਇਹ ਕ੍ਰੋਧ ਜਿਹੜਾ ਚੰਡਾਲ ਦੀ ਨਹੀਂ, ਕਹਿੰਦੇ ਤੂੰ ਕਹਿੰਦਾ ਨੀਵੀਂ ਜਾਤ, ਤੇਰੇ ਅੰਦਰ ਚੰਡਾਲ ਅੰਦਰ ਬੈਠਾ ਹੋਇਆ। ਬਾਹਰਲੀਆਂ ਜਾਤੀਆਂ ਤੂੰ ਗਿਣਦਾ ਫਿਰਦਾ, ਇਹਨੂੰ ਕਹਿੰਦਾ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਨੀਵੀਆਂ ਜਾਤੀਆਂ ਤੂੰ ਇਸ ਤਰ੍ਹਾਂ ਲਾਹਣਤਾਂ ਪਾਉਂਦਾ ਏ। ਪਰ ਤੇਰੇ ਅੰਦਰ ਕਹਿੰਦੇ ਚੰਡਾਲ ਬੈਠਾ, ਕਿ ਉਸ ਜਿਹੜਾ ਕ੍ਰੋਧ ਰੂਪੀ ਚੰਡਾਲ ਨੂੰ ਤਾਂ ਪਹਿਲਾਂ ਬਾਹਰ ਕੱਢ ਲੈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਨੇ ਇਹ ਪਾਂਡਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਡਿੱਗ ਪਿਆ ਸੀ। ਇਸੇ ਪ੍ਰਕਾਰ ਹੀ ਕਹਿੰਦੇ ਨੇ ਇੱਕ ਪਾਂਡਾ ਆਪਣੀਆਂ ਗਊਆਂ ਨੂੰ ਕਿਸੇ ਨਦੀ ਨੂੰ ਪਾਰ ਕਰਾਉਣ ਲੱਗਿਆ। ਨਦੀ ਨੂੰ ਪਾਰ ਕਰਾਉਣ ਲੱਗਿਆ, ਜਦੋਂ ਉਹ ਨਦੀ ਪਾਰ ਕਰਨ ਲੱਗੇ ਤੇ ਜਿਹੜਾ ਅੰਦਰ ਇੱਕ ਟੈਕਸ ਲਾ ਰਿਹਾ ਸੀ, ਮਾਮਲਾ ਜਿਹੜਾ ਲੈ ਰਿਹਾ ਸੀ, ਉਹ ਵੀ ਬ੍ਰਾਹਮਣ ਬੈਠਾ ਹੋਇਆ। ਤੇ ਕਹਿਣ ਲੱਗਿਆ ਕਿ ਭਾਈ ਨਦੀ ਇਹ ਦਰਿਆ ਤਾਂ ਪਾਰ ਹੋਣਾ ਹੈ, ਪੱਤਣ ਤਾਂ ਪਾਰ ਹੋਣਾ ਹੈ, ਪਹਿਲਾਂ ਤੂੰ ਇਹ ਜਿਹੜਾ ਟੈਕਸ ਹੈ ਭਰਨਾ ਕਰ, ਇੰਨੇ ਪੈਸੇ ਲੱਗਣਗੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਮਣੇ ਬੈਠੇ ਦੇਖ ਰਹੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਪਾਸੇ ਇਹ ਗਊ ਨੂੰ ਆਪਣੀ ਮਾਤਾ ਆਖਦੇ ਹੋ, ਦੂਜੇ ਪਾਸੇ ਅੱਜ ਉਸੇ ਹੀ ਗਊ ਨੂੰ ਜਦੋਂ ਹੁਣ ਇਸ ਨਦੀ ਨੂੰ ਪਾਰ ਕਰਨਾ ਹੈ, ਉਹਦੇ ਪਾਸੇ ਇੱਕ ਬ੍ਰਾਹਮਣ ਲੈ ਕੇ ਜਾ ਰਿਹਾ ਤੇ ਦੂਜਾ ਟੈਕਸ ਲਾ ਰਿਹਾ। ਕਹਿੰਦੇ ਇਹ ਕਿੱਥੋਂ ਦੀ ਸਿਆਣਪ ਹੈ?
ਤੇ ਗੁਰੂ ਨਾਨਕ ਸਾਹਿਬ ਮਾਰੋ ਰਿਹਾ ਨਹੀਂ ਗਿਆ। ਕਹਿੰਦੇ ਨੇ ਉਸ ਸਮੇਂ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ। ਛੋਡੀ ਲੈ ਪਖੰਡਾ, ਨਾਮ ਲੈ ਜਾਹੇ ਤਰੰਦਾ। ਕਹਿੰਦੇ ਇਹ ਪਖੰਡ ਹੈ ਭਾਈ। ਕਹਿੰਦੇ ਗੋਬਰ ਦਾ ਜਦੋਂ ਤੁਸੀਂ ਆਪਣਾ ਚੌਂਕਾ ਸੁੱਚਾ ਕਰਦੇ ਹੋ, ਉਦੋਂ ਤੁਸੀਂ ਗੋਬਰ ਦਾ ਗਊ ਦੇ ਗੋਬਰ ਦਾ ਲੇਪਨ ਕਰਦੇ ਹੋ, ਗਊ ਨੂੰ ਮਾਂ ਆਖਦੇ ਹੋ। ਕਹਿੰਦੇ ਇਸ ਤਰ੍ਹਾਂ ਤਰਿਆ ਨਹੀਂ ਜਾਣਾ ਹੈ, ਗੋਬਰ ਤਰਨਾ ਜਾਏ। ਤੇੜ ਧੋਤੀ ਪਹਿਨ ਲੈਣੀ, ਮੱਥੇ ਉੱਤੇ ਵੱਡਾ ਟਿੱਕਾ ਲੈ ਲੈਣਾ, ਲਾ ਲੈਣਾ, ਬੋਦੀਆਂ ਰੱਖ ਲੈਣੀਆਂ। ਜੇ ਸੋਚਦੇ ਇਸ ਤਰ੍ਹਾਂ ਕਹਿੰਦੇ ਸੰਸਾਰ ਸਮੁੰਦਰ ਤਰ ਜਾਵਾਂ, ਕਹਿੰਦੇ ਨਹੀਂ ਭਾਈ, ਇਸ ਤਰ੍ਹਾਂ ਨਹੀਂ ਹੋ ਸਕਦਾ ਹੈ। ਤੇ ਸਤ ਕਹਿਣ ਦਾ ਭਾਵ ਹੈ ਗੁਰੂ ਪਾਤਸ਼ਾਹ ਨੇ ਪਖੰਡ ਦਾ ਖੰਡਨ ਨਹੀਂ ਕੀਤਾ। ਸਤਿਗੁਰੂ ਇੱਥੇ ਕਹਿ ਰਹੇ ਨੇ ਜਿਹੜਾ ਅਸਲੀ ਚੌਂਕਾ ਹੈ, ਸਾਡੀ ਨਿਗਾਹ ਸੁੱਚਾ ਚੌਂਕਾ ਪਤਾ ਕਿਹੜਾ ਹੈ? ਜਿਹੜਾ ਸੱਚੇ ਪਰਮੇਸ਼ਰ ਦਾ ਨਾਮ ਜਪਣਾ ਹੈ। ਮੁੱਖੋਂ ਵਾਹਿਗੁਰੂ ਵਾਹਿਗੁਰੂ ਆਖਣਾ, ਮੁੱਖੋਂ ਸਤਿਗੁਰ ਦੀ ਬਾਣੀ ਪੜ੍ਹਨੀ, ਬਾਣੀ ਨੂੰ ਵਿਚਾਰਨਾ। ਅਸਲ ਵਿੱਚ ਕਹਿੰਦੇ ਇਹ ਜਿਹੜਾ ਸ਼ਬਦ ਦਾ ਚੌਂਕਾ, ਜਿਹਨੇ ਇਹ ਚੌਂਕਾ, ਕਹਿੰਦੇ ਇਹ ਚੌਂਕਾ ਸੁਰਤ ਕੀ ਕਾ, ਜਿਵੇਂ ਲਕੀਰ ਖਿੱਚੀ ਜਾਂਦੀ, ਕਾਰਾਂ ਕੱਢੀਆਂ ਜਾਂਦੀਆਂ ਨਾ, ਜਿਹੜੀ ਸ਼ਬਦ ਇੱਕ ਮੁੱਖੋਂ ਵਾਹਿਗੁਰੂ ਆਖਣਾ ਤੇ ਸੁਰਤੀ ਨਾਲ, ਸੁਰਤੀ ਉਸ ਪਰਮਾਤਮਾ ਦੇ ਚਰਨਾਂ 'ਚ ਜੋੜਨੀ, ਧਿਆਨ ਕੇਂਦਰਿਤ ਕਰਨਾ। ਕਹਿੰਦੇ ਮਾਨੋ ਇਹ ਕਾਰ ਹੈ। ਹਰ ਨਾਮ ਭੋਜਨ ਸੱਚ ਆਧਾਰਾ। ਹਰੀ ਪਰਮਾਤਮਾ ਦਾ ਜਿਹੜਾ ਨਾਮ ਜਪਣਾ, ਕਹਿੰਦੇ ਇਹ ਸਾਡੇ ਲਈ ਭੋਜਨ ਹੈ, ਇਹ ਸਾਡੀ ਖੁਰਾਕ ਹੈ। ਪ੍ਰਭੂ ਦੇ ਪਿਆਰਿਆਂ ਦੀ ਖੁਰਾਕ ਨਾਮ ਹੀ ਹੈ। ਗੁਰੂ ਸਵਾਰਿਓ, ਆਪਾਂ ਆਮ ਤੌਰ 'ਤੇ ਇਹ ਪੜ੍ਹਦੇ ਹਾਂ, ਬਚਨ ਸੁਣਦੇ, ਗੁਰਮੁਖ ਜਿਹੜੇ ਥੋੜ੍ਹਾ ਸੁਣਦੇ ਥੋੜ੍ਹਾ ਖਾਂਦੇ ਹਨ। ਹੁਣ ਜੀਵ ਨੂੰ ਤਾਂ ਰੱਜ ਨਹੀਂ ਆਉਂਦਾ, ਇੱਕ ਪਦਾਰਥ ਛਕਿਆ ਤੇ ਦੂਜੇ ਨੂੰ ਜੀਭ ਕਹਿੰਦੀ ਹੋਰ ਆਉਣ ਦੇ ਲਾਲਸਾ ਲੱਭ ਹੈ ਨਾ। ਪਰ ਪ੍ਰਭੂ ਦੇ ਪਿਆਰੇ ਥੋੜ੍ਹਾ ਹੀ ਭੋਜਨ ਛਕਦੇ ਨੇ ਤੇ ਥੋੜ੍ਹਾ ਹੀ ਸੌਂਦੇ ਹਨ। ਵੱਧ ਤੋਂ ਵੱਧ ਸਮਾਂ ਆਪਣਾ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰਦੇ ਨੇ, ਕਿਉਂਕਿ ਉਹ ਵੀ ਭੋਜਨ ਤਾਂ ਛਕਦੇ ਨੇ ਕਿਉਂ ਸਰੀਰ ਨੂੰ ਚਲਾਉਣ ਵਾਸਤੇ ਖੁਰਾਕ ਚਾਹੀਦੀ ਹੈ। ਨਹੀਂ, ਉਹਨਾਂ ਨੂੰ ਨਾਮ ਦੀ ਖੁਰਾਕ ਹੁੰਦੀ ਹੈ, ਜਿਹਦੇ ਰਾਹੀਂ ਹਰ ਸਮੇਂ ਉਹ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸੱਚੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ, ਆਸਰਾ ਬਣਾ ਲੈਣਾ, ਹਰੀ ਦਾ ਨਾਮ ਜਪਣਾ। ਕਹਿੰਦੇ ਇਹ ਪ੍ਰਭੂ ਦੇ ਪਿਆਰੇ ਗੁਰਮੁਖਾਂ ਦਾ ਇਹ ਭੋਜਨ ਹੈ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਐ ਪਾਂਡੇ ਜੀ ਕਾਰ ਕੱਢ ਕੇ, ਗੋਹੇ ਦਾ ਲੇਪਨ ਕਰਕੇ, ਲੱਕੜਾਂ ਨੂੰ ਬਾਲਣ ਨੂੰ ਸੁੱਚਾ ਕਰਕੇ, ਕਹਿੰਦੇ ਇਸ ਤਰ੍ਹਾਂ ਭਾਈ ਸੁੱਚੇ ਨਹੀਂ ਹੋਇਆ ਜਾ ਸਕਦਾ ਹੈ। ਕਹਿੰਦੇ ਜਿਹੜੇ ਨਾਮ ਜਪਦੇ ਬੰਦਗੀ ਕਰਦੇ ਹਨ, ਉਹ ਕਹਿੰਦੇ ਸਦੀਵੀ ਕਾਲੀ ਤ੍ਰਿਪਤ ਹੋ ਜਾਂਦੇ ਨੇ, ਵਿਕਾਰਾਂ ਵੱਲੋਂ ਰੱਜ ਜਾਂਦੇ ਨੇ। ਨਾਮ ਦੀ ਭੁੱਖ ਹੁੰਦੀ ਹੈ, ਵਿਕਾਰਾਂ ਦੀ ਭੁੱਖ ਨਹੀਂ ਉਹਨਾਂ ਦੇ ਮਨ 'ਚ ਰਹਿੰਦੀ ਹੈ, ਤੇ ਪਵਿੱਤਰ ਹੋ ਜਾਂਦੇ ਨੇ। ਉਹਨਾਂ ਦਾ ਹਿਰਦਾ ਪਵਿੱਤਰ ਹੁੰਦਾ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੁੰਦਾ ਹੈ। ਪਿੱਤਰ ਪਾਵਨ ਹੁੰਦੇ ਹਨ। ਜਿਤ ਘਟ ਹਰ ਨਾਮ ਨਿਵਾਸੀ ਹੈ, ਜਿਨ੍ਹਾਂ ਦੇ ਘਟ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਗਿਆ। ਹਉ ਤਿਨ ਬਲਿਹਾਰੀ, ਜੋ ਸਾਚੈ ਲਾਗੇ, ਹਰ ਗੁਣ ਗਾਵਹਿ ਅਨ ਦਿਨ ਜਾਗੇ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਹਉ ਤਿਨ ਬਲਿਹਾਰੀ, ਜੋ ਸਾਚੈ ਲਾਗੇ। ਉਹਨਾਂ ਤੋਂ ਮੈਂ ਬਲਿਹਾਰ ਹਾਂ, ਸਦਕੇ ਹਾਂ, ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਸੱਚ ਦੇ ਉਪਾਸ਼ਕ ਨੇ। ਇਤਿਹਾਸ ਦੇ ਵਿੱਚ ਇੱਕ ਗਾਥਾ ਆਉਂਦੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ।
ਜਿਸ ਵਕਤ ਮੁਲਤਾਨ ਦੇ ਕਿਲੇ ਨੂੰ ਜਿੱਤਣ ਦੇ ਲਈ ਸ਼ੇਰੇ ਪੰਜਾਬ ਨੇ 4 ਵਾਰੀ ਗੁਰੂ ਸਰੇ ਆਪਣੀ ਫੌਜ ਚੜਾਈ ਸੀ। 3 ਵਾਰੀ ਫਿਰ ਉਹ ਜਿਹੜਾ ਉੱਥੋਂ ਦਾ ਕਿਲੇ ਦਾ ਮਾਲਕ ਸੀ ਉਹ ਸਭ ਸ਼ੇਰੇ ਪੰਜਾਬ ਮਹਾਰਾਜ ਦੇ ਅਧੀਨ ਹੋਇਆ, ਤੇ ਚੌਥੀ ਵਾਰ ਉਹਨੇ ਤਿਆਰੀ ਕਰਕੇ ਜੰਗ ਕਰਨ ਲਈ ਤਿਆਰ ਹੋ ਗਿਆ ਸੀ। ਬੜਾ ਘਮਸਾਣ ਦਾ ਯੁੱਧ ਹੋਇਆ ਸੀ। ਵੱਡੇ ਵੱਡੇ ਜਰਨੈਲ ਹਰੀ ਸਿੰਘ ਨਲੂਏ ਜੈਸੇ, ਸ਼ਾਮ ਸਿੰਘ ਅਟਾਰੀ ਜੈਸੇ ਇਹ ਜ਼ਖਮੀ ਹੋ ਗਏ ਸੀ। ਤੇ ਉਦੋਂ 3 ਮਹੀਨਿਆਂ ਦਾ 4 ਮਹੀਨਿਆਂ ਦਾ ਘੇਰਾ ਪਿਆ ਹੋਇਆ। ਕਹਿੰਦੇ ਨੇ ਜਿਹੜੀ ਉਹ ਕਿਲੇ ਦੀ ਕੰਧ ਸੀ ਨਾ 18 ਫੁੱਟ ਚੌੜੀ ਸੀ। ਵੱਡੀਆਂ ਵੱਡੀਆਂ ਤੋਪਾਂ ਜਿਹੜੀਆਂ ਉਹਦੇ ਅੱਗੇ ਫੇਲ ਹੋ ਗਈਆਂ, ਕਿਲੇ ਦੀ ਕੰਧ ਨਹੀਂ ਟੁੱਟ ਰਹੀ ਸੀ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਸੋਚਾਂ ਵਿੱਚ ਨੇ ਕਿ ਮੇਰੇ ਵੱਡੇ ਵੱਡੇ ਜਰਨੈਲ ਜ਼ਖਮੀ ਹੋ ਗਏ ਨੇ, ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ 300 ਤੋਂ ਵੱਧ ਜਿਹੜੇ ਜਰਨੈਲ ਸ਼ਹੀਦ ਵੀ ਹੋ ਗਏ ਨੇ। ਕਹਿੰਦੇ ਨੇ ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਚੱਲ ਪਿਆ ਕਿ ਮੈਂ ਜਾ ਕੇ ਯੁੱਧ ਕਰਾਂਗਾ। ਯੁੱਧ ਕਰਦਿਆਂ ਆਪਣੇ ਨਾਲ ਸਾਰੀ ਸੈਨਾ ਲਾਮ ਲਸ਼ਕਰ ਨੂੰ ਨਾਲ ਲੈ ਕੇ ਰਸਤੇ ਵਿੱਚ ਜਾ ਰਹੇ ਆ। ਜਾਂਦਿਆਂ ਹੋਇਆਂ ਕੀ ਦੇਖਦਾ, ਇੱਕ ਥਾਂ ਤੇ ਰਾਤ ਪੈ ਗਈ। ਪੜਾ ਕੀਤਾ ਆਪਣਾ ਤੇ ਮਸ਼ਾਲਾਂ ਜਗ ਗਈਆਂ, ਤੰਬੂ ਸਜ ਗਏ ਤੇ ਜਿਹੜੇ ਸਿਪਾਹੀ ਸਨ ਆਰਾਮ ਕਰਨ ਲੱਗੇ। ਸਾਹਮਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਗਾਹ ਪਈ ਕਿ ਇੱਕ ਅਸਥਾਨ ਬਣਿਆ ਹੋਇਆ, ਉਹਦੇ ਅੰਦਰ ਦੀਵੇ ਜਗ ਰਹੇ ਨੇ, ਲਾਈਟ ਹੈ। ਤੇ ਮਹਾਰਾਜਾ ਰਣਜੀਤ ਸਿੰਘ ਤੁਰ ਪਿਆ ਕਿ ਦੇਖੀਏ ਜਾ ਕੇ ਕੀ ਹੈ। ਹਨੇਰਾ ਸੀ। ਜਦੋਂ ਕਹਿੰਦੇ ਉਸ ਅਸਥਾਨ ਦਾ ਜਾ ਕੇ ਦਰਵਾਜ਼ਾ ਖੋਲ੍ਹਿਆ, ਅੰਦਰ ਜਾ ਕੇ ਕੀ ਦੇਖਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਵਾਨ ਨੇ। ਉੱਥੇ ਇੱਕ ਸਿੱਖ ਬੈਠਾ ਹੋਇਆ ਗੁਰਬਾਣੀ ਪੜ੍ਹ ਰਿਹਾ ਹੈ। ਇਹਨੇ ਮੱਥਾ ਟੇਕਿਆ। ਸਿੱਖ ਨੇ ਰੁਮਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਪਾਇਆ। ਪੁੱਛਿਆ ਤੁਸੀਂ ਕੌਣ ਹਨ? ਕਹਿਣ ਲੱਗਿਆ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਂ। ਇਹ ਗੁਰੂ ਕਾ ਦਰਬਾਰ ਹੈ, ਕਿੱਥੇ ਜਾ ਰਹੇ ਹੋ? ਕਹਿਣ ਲੱਗਿਆ ਮੁਲਤਾਨ ਦੇ ਕਿਲੇ ਨੂੰ ਸਰ ਕਰਨ ਲਈ ਜਾ ਰਹੇ ਹਾਂ। ਕਾਫੀ ਲੰਮਾ ਸਮਾਂ ਹੋ ਗਿਆ। ਵੱਡੇ ਵੱਡੇ ਜਰਨੈਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ, ਵੱਡੇ ਵੱਡੇ ਜਰਨੈਲ ਜ਼ਖਮੀ ਹੋ ਚੁੱਕੇ ਨੇ, ਪਰ ਸਾਨੂੰ ਜਿੱਤ ਪ੍ਰਾਪਤ ਨਹੀਂ ਹੋਈ। ਕਹਿਣ ਲੱਗਿਆ ਭਾਈ ਸਾਹਿਬ ਜੀ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਤਾਂ ਕਿ ਮੈਨੂੰ ਜਿੱਤ ਨਸੀਬ ਹੋ ਜਾਵੇ। ਕਹਿੰਦੇ ਉਸ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਉੱਥੇ ਇਹ ਨਹੀਂ ਆਖਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ, ਨਹੀਂ। ਆਖਿਆ ਕਿ ਸੱਚੇ ਪਾਤਸ਼ਾਹ ਭਾਈ ਰਣਜੀਤ ਸਿੰਘ ਜੀ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰ ਰਹੇ ਹਨ, ਕਿਰਪਾ ਕਰਨੀ ਇਹਨਾਂ ਨੂੰ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਆਸਰਾ ਤੱਕਿਆ ਤੁਹਾਡਾ। ਅਰਦਾਸ ਕੀਤੀ ਗਈ। ਅਰਦਾਸ ਕਰਨ ਉਪਰੰਤ ਕਹਿੰਦੇ ਸਵੇਰ ਹੋਈ ਹੈ, ਫੌਜਾਂ ਨੇ ਅੱਗੇ ਚਾਲੇ ਪਾਏ ਨੇ। ਸਾਹਮਣੇ ਘਮਸਾਣ ਦਾ ਯੁੱਧ ਹੋਣ ਲੱਗ ਪਿਆ। ਜਮ ਨਾਮੇ ਇੱਕ ਤੋਪ ਸੀ, ਜਿਹੜੀ ਭੰਗੀਆਂ ਦੀ ਤੋਪ ਕਰਕੇ ਪ੍ਰਸਿੱਧ ਹੋਈ ਹੈ। ਇਸ ਤੋਪ ਦੇ ਨਾਲ ਜਦੋਂ ਤੋਪਚੀ ਨੂੰ ਸੱਦਿਆ ਗਿਆ, ਤੋਪ ਤਿਆਰ ਹੋ ਗਈ ਤੇ ਤੋਪਚੀ ਨੂੰ ਆਖਣ ਲੱਗੇ ਕਿ ਹੁਣ ਦੱਸੋ ਇਹ ਜਿਹੜੀ ਕਿਲੇ ਦੀ ਕੰਧ ਵਿੱਚ ਪਾੜ ਕਿਵੇਂ ਪਾਇਆ ਜਾ ਸਕਦਾ ਹੈ।
ਉਹ ਕਹਿਣ ਲੱਗਿਆ, ਜੇਕਰ ਇਸ ਜਮ ਜਮ ਨਾਮੇ ਤੋਪ ਦੇ ਨਾਹੀਂ ਲਗਾਤਾਰ 7 8 10 ਗੋਲੇ ਛੱਡੇ ਜਾਣ, ਇਸ ਕਿਲੇ ਅੰਦਰ ਪਾੜ ਪਾਇਆ ਜਾ ਸਕਦਾ ਤੇ ਇਸ ਤਰ੍ਹਾਂ ਆਪਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਹੁਣ ਤੋਪਚੀ ਨੇ ਤੋਪ ਤਿਆਰ ਕੀਤੀ ਹੈ, ਗੋਲਾ ਪਾਇਆ, ਪਹਿਲਾ ਗੋਲਾ ਚੱਲਿਆ ਤੇ ਗੁਰੂ ਸਵਾਰਿਓ ਜਾ ਕੇ ਕਿਲੇ ਦੀ ਕੰਧ ਨੂੰ ਲੱਗਿਆ, ਨਿਸ਼ਾਨ ਪੈ ਗਿਆ। ਦੂਜਾ ਚਲਾਇਆ, ਥੋੜਾ ਜਿਹਾ ਪਾੜ ਪਿਆ। ਤੀਜਾ ਚਲਾਇਆ, ਚੌਥਾ, ਕਹਿੰਦੇ 3 4 ਗੋਲੇ ਲਗਾਤਾਰ ਚਲਾਏ ਨੇ। ਇੰਜ ਲੱਗਦਾ ਸੀ ਕਿ ਹੁਣ ਜਿੱਤ ਪ੍ਰਾਪਤ ਹੋ ਜਾਣੀ ਹੈ। ਸ਼ੇਰੇ ਪੰਜ ਮਹਾਰਾਜ ਰਣਜੀਤ ਸਿੰਘ ਖੁਸ਼ ਨੇ, ਹੋਰ ਸੂਰਮੇ ਵੀ ਖੁਸ਼ ਹਨ ਕਿ ਪਾੜ ਪਵੇਗਾ, ਅਸੀਂ ਅੰਦਰ ਜਾ ਕੇ ਇਹਨਾਂ ਸਾਰਿਆਂ ਨੂੰ ਦਬੋਚ ਲਾਂ ਪਠਾਣਾਂ ਨੂੰ ਤੇ ਸਾਨੂੰ ਜਿੱਤ ਮਿਲ ਜਾਵੇਗੀ। ਪਰ ਘਟਨਾ ਕੀ ਵਾਪਰੀ ਹੈ, ਜਦੋਂ 3 4 ਗੋਲੇ ਚੱਲੇ ਨਾ, ਤੋਪ ਦਾ ਪਹੀਆ ਟੁੱਟ ਗਿਆ। ਤੋਪ ਦਾ ਪਹੀਆ ਟੁੱਟਿਆ ਏ, ਗੋਲੇ ਚੱਲਣੇ ਬੰਦ ਹੋ ਗਏ। ਤੋਪਚੀ ਕਹਿਣ ਲੱਗਿਆ ਕਿ ਹੁਣ ਇਹ ਤੋਪ ਨਹੀਂ ਚੱਲ ਸਕਦੀ, ਇਹਦਾ ਬੈਲੈਂਸ ਵਿਗੜ ਗਿਆ ਹੈ। ਬੈਲੈਂਸ ਬਣਾਉਣ ਦੇ ਲਈ ਇੱਥੇ ਕਿਸੇ ਨਾ ਕਿਸੇ ਨੂੰ ਮੋਢਾ ਦੇਣਾ ਪਵੇਗਾ। ਜਿਹੜਾ ਮੋਢਾ ਦੇਵੇਗਾ, ਗੱਲ ਯਾਦ ਰੱਖਿਓ, ਉਹਦਾ ਸਰੀਰ ਤੂੰਬਾ ਤੂੰਬਾ ਹੋ ਕੇ ਨਾਲ ਹੀ ਉੱਡ ਜਾਵੇਗਾ। ਕਹਿੰਦੇ ਨੇ ਉਸ ਸਮੇਂ ਜਿਹੜੇ ਸਿੰਘ ਸਨ, ਉਸ ਸਮੇਂ ਉਹਨਾਂ ਦਾ ਆਪਸ ਝਗੜਾ ਹੋ ਗਿਆ। ਝਗੜਾ ਹੋਇਆ ਤੇ ਰੋਲਾ ਪੈ ਰਿਹਾ। ਇੱਕ ਮੁਸਲਮਾਨ ਜਿਹੜਾ ਲਿਖਾਰੀ ਹੈ, ਅਹਿਮਦ ਤੁਰਾਨੀ, ਤੇ ਗੁਰੂ ਸਵਾਰੇ ਉਹਨੇ ਆਪਣੀ ਲਿਖਤ 'ਚ ਲਿਖਣਾ ਕੀਤਾ। ਕਹਿੰਦੇ ਜਦੋਂ ਰੋਲਾ ਪੈ ਰਿਹਾ ਤੇ ਮੈਂ ਉਸ ਸਮੇਂ ਸਿੱਖਾਂ ਦੇ ਲਿਬਾਸ ਵਿੱਚ ਉੱਥੇ ਵਿਚਰ ਰਿਹਾ ਸੀ। ਸਿੱਖਾਂ ਦਾ ਲਿਬਾਸ ਪਹਿਨਿਆ ਹੋਇਆ ਮੈਂ ਇੱਥੇ ਵਿਚਰਦਾ ਸੀ, ਸਾਰੀ CID ਲੈਂਦਾ ਸੀ। ਤੇ ਫਿਰ ਮੈਂ ਜਦੋਂ ਦੇਖਿਆ ਕਿ ਸਿੱਖ ਲੜ ਰਹੇ ਨੇ, ਉੱਥੇ ਰੋਲਾ ਪੈਣ ਦਾ ਆਵਾਜ਼ ਆ ਰਹੀ ਹੈ। ਜਦੋਂ ਮੈਂ ਕੋਲ ਗਿਆ ਤੇ ਮੇਰੇ ਮਨ 'ਚ ਵਿਚਾਰ ਆਈ, ਇਹ ਲੜਦੇ ਤਾਂ ਨੇ ਕਿ ਹੁਣ ਤੋਪ ਥੱਲੇ ਆਪਣਾ ਸਰੀਰ ਦੇਣਾ ਪਵੇ, ਮੋਢਾ ਦੇਣਾ ਪਵੇ, ਜਿਹੜਾ ਮੋਢਾ ਦੇ ਉੱਡ ਜਾਵੇਗਾ। ਇਹ ਲੜਦੇ ਤਾਂ ਨੇ, ਇਹ ਕਹਿੰਦੇ ਨੇ ਪਹਿਲਾਂ ਤੂੰ ਜਾਣਾ ਕਰ, ਪਹਿਲਾਂ ਤੂੰ ਜਾਣਾ ਕਰ। ਖੁਦ ਕਹਿੰਦਾ ਜਦੋਂ ਮੈਂ ਕੋਲ ਗਿਆ ਤੇ ਕੋਲ ਜਾ ਕੇ ਪਤਾ ਲੱਗਿਆ, ਇੱਕ ਸਿੰਘ ਕਹਿੰਦਾ ਕਿ ਪਹਿਲਾਂ ਮੈਂ ਜਾਵਾਂਗਾ, ਦੂਜਾ ਕਹਿੰਦਾ ਪਹਿਲਾਂ ਮੈਂ ਜਾਵਾਂਗਾ, ਤੀਜਾ ਕਹਿੰਦਾ ਪਹਿਲਾਂ ਮੈਂ ਜਾਵਾਂਗਾ। ਕਹਿੰਦਾ ਮੈਂ ਦੇਖ ਕੇ ਹੈਰਾਨ ਹੋ ਗਿਆ, ਜਦੋਂ ਆਪਸ 'ਚ ਇਹ ਲੜ ਰਹੇ ਹਨ, ਝਗੜ ਰਹੇ ਹਨ। ਇੰਨੇ ਚਿਰ ਨੂੰ ਕਹਿੰਦੇ ਫਿਰ ਜਿਹੜਾ ਸਰਦਾਰ ਸੀ ਨਾ ਇਹਨਾਂ ਦਾ, ਸੈਨਾਪਤੀ ਸੀ, ਉਹ ਕਹਿਣ ਲੱਗਾ ਤੁਹਾਡਾ ਸਰਦਾਰ ਕੌਣ ਹੈ? ਕਹਿਣ ਲੱਗਾ ਤੁਸੀਂ ਹੈ। ਕਹਿੰਦਾ ਤੁਹਾਡਾ ਨੇਤਾ, ਤੁਹਾਡਾ ਸਰਦਾਰ ਮੈਂ ਹਾਂ, ਇਸ ਕਰਕੇ ਪਹਿਲਾਂ ਸਰਦਾਰ ਜਾਵੇਗਾ, ਬਾਕੀ ਸਾਦੇ ਬਾਅਦ ਵਿੱਚ ਜਾਣਗੇ। ਜਦੋਂ ਹੁਣ ਸੈਨਾਪਤੀ ਤਿਆਰ ਹੋ ਗਿਆ, ਜੇ ਗੁਰੂ ਸਾਰੇ ਬਾਕੀ ਸਾਰੇ ਚੁੱਪ ਕਰ ਗਏ ਨੇ। ਉਹ ਲਿਖਦਾ, ਕਹਿੰਦਾ ਮੇਰੇ ਸਾਹਮਣੇ ਉਸ ਸਰਦਾਰ ਨੇ, ਉਸ ਨੇਤਾ ਨੇ, ਕਹਿੰਦੇ ਸਿੱਖਾਂ 'ਚ ਨੇਤਾ ਬਣਿਆ ਸੀ ਉਸ ਸਮੇਂ, ਉਹਨੇ ਕਹਿੰਦੇ ਆਪਣਾ ਮੋਢਾ ਦੇਣਾ ਕੀਤਾ। ਤੋਪਚੀ ਨੇ ਗੋਲਾ ਦਾਗਿਆ, ਤੋਪ ਚਲਾਈ ਹੈ। ਕਹਿੰਦੇ ਗੋਲਾ ਚੱਲਿਆ, ਜਾ ਕੇ ਉਸ ਮੁਲਤਾਨ ਦੇ ਕਿਲ੍ਹੇ ਨੂੰ ਜਾ ਕੇ ਲੱਗਿਆ। ਪਰ ਜਿਹੜਾ ਸਰਦਾਰ ਸੀ ਨਾ, ਉਹ ਸਰੀਰ ਸਾਹਮਣੇ, ਕਹਿੰਦੇ ਨੇਤਰਾਂ ਦੇ ਸਾਹਮਣੇ ਤੂੰਬਾ ਤੂੰਬਾ ਹੋ ਕੇ ਖਤਮ ਹੋ ਗਿਆ, ਸ਼ਹੀਦ ਹੋ ਗਿਆ। ਕਹਿੰਦੇ ਫਿਰ ਦੂਜਾ ਆਇਆ, ਦੂਜੇ ਨੇ ਇਸ ਤਰ੍ਹਾਂ ਮੋਢਾ ਦੇਣਾ ਕੀਤਾ। ਕਹਿੰਦੇ ਉਧਰ ਤੋਪਚੀ ਨੇ ਗੋਲਾ ਦਾਗਿਆ, ਕਹਿੰਦੇ ਉਹ ਵੀ ਚੱਲਿਆ, ਕਿਲੇ ਦੀ ਕੰਧ 'ਚ ਪਾੜ ਪੈਣਾ ਸ਼ੁਰੂ ਹੋ ਗਿਆ। ਕਹਿੰਦੇ ਉਹਦਾ ਵੀ ਸਰੀਰ ਤੂੰਬਾ ਤੂੰਬਾ ਹੋ ਗਿਆ। ਫਿਰ ਤੀਜਾ, ਫਿਰ ਚੌਥਾ। ਜਦੋਂ ਕਹਿੰਦੇ ਇਹ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਰਹੇ ਸੀ, ਸੈਯਦ ਅਹਿਮਦ ਲਿਖਦਾ, ਕਹਿੰਦਾ ਉਸ ਸਮੇਂ ਮੇਰੇ ਮਨ 'ਚ ਵੀ ਇਹ ਜੂਝਣ ਦਾ ਚਾਅ ਪੈਦਾ ਇਹਨਾਂ ਨੂੰ ਦੇਖ ਕੇ ਕਿ ਮੈਂ ਵੀ ਸ਼ਹੀਦ ਹੋਣਾ ਕਰਾਂ, ਮੈਂ ਵੀ ਜਾ ਕੇ ਇਸ ਤੋਪ ਥੱਲੇ ਆਪਣਾ ਮੋਢਾ ਦੇਣਾ ਕਰਾਂ। ਪਰ ਕਹਿੰਦੇ ਮੇਰੇ ਮਨ 'ਚ ਇਹ ਵਿਚਾਰ ਆਈ ਕਿ ਮਨਾ, ਜੇ ਮੈਂ ਮੋਢਾ ਦੇ ਦਿੱਤਾ, ਇਹਨਾਂ ਸਿੱਖਾਂ ਦੀ ਬਹਾਦਰੀ ਨੂੰ ਕੌਣ ਲਿਖੇਗਾ? ਇਸ ਸਮੇਂ ਲਿਖਾਰੀ ਮੈਂ ਹਾਂ, ਮੈਂ ਸਿੱਖਾਂ ਦੇ ਲਿਬਾਸ ਵਿੱਚ ਵਿਚਰ ਰਿਹਾ ਹਾਂ,
ਤੇ ਲਖਾਰੀ ਮੈਂ ਹਾਂ। ਜੇ ਮੈਂ ਹੀ ਖਤਮ ਹੋ ਗਿਆ ਤੇ ਇਸ ਇਤਿਹਾਸ ਨੂੰ ਕੌਣ ਲਿਖੇਗਾ? ਦੁਨੀਆ ਦੇ ਲੋਕਾਂ ਦਾ ਕੌਣ ਪਹੁੰਚਾਵੇਗਾ? ਤੇ ਗੁਰੂ ਸਵਾਰੇ ਉਹ ਲਿਖਦਾ, ਕਹਿੰਦਾ 13 ਜਿਹੜੇ ਸਿੰਘ ਸਨ, 13 ਸਿੰਘ ਬਾਰੋ ਬਾਰੀ 13 ਵਾਰੀ ਕਹਿੰਦੇ ਕੱਲਾ ਕੱਲਾ ਵੱਖਰਾ ਵੱਖਰਾ ਗਿਆ ਤੇ 13 ਗੋਲੇ ਦਾਗੇ ਸਨ ਤੇ 13 ਦੇ 13 ਸ਼ਹੀਦ ਹੋ ਗਏ ਸਨ ਤੇ ਮੁਲਤਾਨ ਦੇ ਕਿਲੇ ਨੂੰ ਪਾੜ ਪਿਆ ਤੇ ਜਿੱਤ ਪ੍ਰਾਪਤ ਹੋ ਗਈ ਸੀ। ਇਹੋ ਜਿਹਾ ਜੂਝਣ ਦਾ ਚਾਅ ਸੀ ਤੇ ਗੁਰੂ ਸਵਾਰਿਓ ਕਿਲੇ ਦੀ ਜਿੱਤ ਪ੍ਰਾਪਤ ਹੋਈ। ਸ਼ੇਰੇ ਪੰਜਾਬ ਮਹਾਰਾਜ ਅਜੀਤ ਸਿੰਘ ਆਪਣੀਆਂ ਫੌਜਾਂ ਦੇ ਸਹਿਤ ਖੁਸ਼ੀ ਦੇ ਜੈਕਾਰੇ ਲਾਉਂਦੇ ਹੋਏ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਾਉਂਦੇ ਹੋਏ ਵਾਪਸ ਆ ਰਹੇ ਨੇ। ਅੱਜ ਉਸੇ ਅਸਥਾਨ ਤੇ ਪਹੁੰਚੇ ਜਿੱਥੇ ਜਾ ਕੇ ਅਰਦਾਸ ਬੇਨਤੀ ਕਰਵਾਈ ਸੀ, ਜਿੱਥੇ ਰਾਤ ਟਿਕੇ ਸਨ। ਜਦੋਂ ਉਸ ਅਸਥਾਨ ਤੇ ਪਹੁੰਚੇ, ਜਾ ਕੇ ਉਸ ਗ੍ਰੰਥੀ ਸਿੰਘ ਨੂੰ ਆਖਣ ਲੱਗਾ, ਜੀਵਨ ਦੀ ਗੱਲ ਹੈ ਕਿ ਹੋਂ ਤਿੰਨ ਬਲੇ ਸਾਚਾ ਲਾਗੇ। ਜਿਨ੍ਹਾਂ ਦਾ ਸਾਚਾ ਉਹਨਾਂ ਦਾ ਕਿਹੋ ਜਿਹਾ ਹਿਰਦਾ ਹੁੰਦਾ ਹੈ। ਕਹਿੰਦੇ ਨੇ ਉਸ ਸਮੇਂ ਜਦੋਂ ਜਾ ਗਿਆ ਮਹਾਰਾਜ ਰਣਜੀਤ ਸਿੰਘ, ਜਾ ਕੇ ਉਸ ਗ੍ਰੰਥੀ ਸਿੰਘ ਨੂੰ ਆਖਣ ਲੱਗਿਆ, ਭਾਈ ਸਾਹਿਬ ਜੀ ਦੱਸੋ ਮੈਨੂੰ ਗੁਰੂ ਘਰ ਲਈ ਕੀ ਚਾਹੀਦਾ ਹੈ? ਮੈਂ ਜ਼ਮੀਨ ਲਵਾ ਦਿਆਂ ਨਾ, ਮੈਂ ਸੋਨਾ ਚਾਂਦੀ ਭੇਟਾ ਕਰ ਦਿਆਂ, ਹੀਰੇ ਜਵਾਹਰਾਤ ਦੇ ਦਿਆਂਗਾ, ਮੈਨੂੰ ਜਿੱਤ ਪ੍ਰਾਪਤ ਹੋ ਗਈ ਹੈ। ਅੱਗੋਂ ਗ੍ਰੰਥੀ ਸਿੰਘ ਨੇ ਉੱਤਰ ਦੇਣਾ ਕੀਤਾ, ਕਹਿਣ ਲੱਗਿਆ, ਰਣਜੀਤ ਸਿਆਂ ਪਹਿਲਾਂ ਤੂੰ ਆਇਆ ਸੀ, ਕੱਲ ਮੇਰੇ ਕੋਲ ਚੱਲ ਕੇ ਆਇਆ, ਉਦੋਂ ਤੂੰ ਭਿਖਾਰੀ ਬਣ ਕੇ ਆਇਆ ਸੀ, ਹੱਥ ਅੱਡੇ ਸੀ, ਝੋਲੀ ਅੱਡੀ ਸੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ, ਤੇ ਗੁਰੂ ਪਾਤਸ਼ਾਹ ਨੇ ਤੇਰੇ ਉੱਤੇ ਕਿਰਪਾ ਕੀਤੀ ਹੈ, ਤੈਨੂੰ ਜਿੱਤ ਪ੍ਰਾਪਤ ਹੋਈ ਹੈ। ਤੇ ਜਿੱਤ ਵਿੱਚ ਤਾਂ ਇੰਨੇ ਅਹੰਕਾਰ ਵਿੱਚ ਤੂੰ ਅਫਰ ਗਿਆ ਤੇ ਕਹਿੰਦਾ ਕਿ ਦੱਸੋ ਗੁਰੂ ਘਰ ਨੂੰ ਮੈਂ ਕੀ ਦੇਣਾ ਕਰਾਂ? ਕਹਿੰਦੇ ਗੁਰੂ ਦੇ ਦਰ ਤੇ ਤਾਂ ਜੋ ਤੇਰੇ ਕੋਲ ਹੈ, ਤੈਨੂੰ ਰਾਜ ਭਾਗ ਮਿਲਿਆ, ਜਿੱਤ ਪ੍ਰਾਪਤ ਮਿਲੀ ਹੈ, ਇਹ ਗੁਰੂ ਦੀ ਦਿੱਤੀ ਦਾਤ ਹੈ। ਇਸ ਕਰਕੇ ਗੁਰੂ ਨੂੰ ਆਪਾਂ ਕੁਝ ਨਹੀਂ ਦੇ ਸਕਦੇ ਹਾਂ, ਗੁਰੂ ਦੇ ਦਰ ਦੇ ਤਾਂ ਆਪਾਂ ਭਿਖਾਰੀ ਹਾਂ। ਭਿਖਾਰੀ ਬਣ ਕੇ ਗੁਰੂ ਪਾਸੋਂ ਜੋ ਮਰਜ਼ੀ ਮੰਗ ਲਈਏ ਤੇ ਗੁਰੂ ਨੇ ਸਾਡੀਆਂ ਝੋਲੀਆਂ ਭਰ ਦੇਣੀਆਂ ਨੇ। ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਹੈ ਕਿ ਇੱਕ ਆਪਾਂ ਜਦੋਂ ਗੁਰਦੁਆਰੇ ਲਈ ਮਾਇਆ ਇਤਿਆਦਿ ਅਰਪਣ ਕਰਦੇ ਹਾਂ, ਸਮਰੱਥਾ ਕੋਈ ਰਸ਼ਤਾਂ ਬਸਤਾਂ ਲੈ ਕੇ ਆਉਂਦਾ, ਕੋਈ ਦਾਲ ਸਬਜ਼ੀ ਲੈ ਕੇ ਆਉਂਦਾ ਹੈ, ਕੋਈ ਵਸਤਰ ਲੈ ਕੇ ਆਉਂਦਾ, ਕੋਈ ਗੋਲਕ ਵਿੱਚ ਮਾਇਆ ਪਾਉਂਦਾ ਹੈ, ਤੇ ਆਪਾਂ ਕਹਿੰਦੇ ਗੁਰਦੁਆਰੇ ਲਈ ਦਾਨ ਕਰ ਦਿੱਤਾ। ਨਹੀਂ, ਦਾਨ ਤੇ ਦਾਨ ਸ਼ਬਦ ਬਹੁਤ ਬੜਾ ਫਰਕ ਹੈ। ਦਾਨ ਕੀਤਾ ਜਾਂਦਾ ਭਿਖਾਰੀ ਨੂੰ। ਦੇਖੋ ਆਪਾਂ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਹੈ, ਗ੍ਰੰਥੀ ਸਿੰਘ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਆਪ ਜੀ ਦਰ ਤੇ ਪ੍ਰਵਾਨ ਕਰੋ। ਤੇ ਭੇਟਾ ਸ਼ਬਦ ਵਰਤਣ, ਜਦੋਂ ਵੀ ਗੁਰੂ ਘਰ ਲਈ ਮਾਇਆ ਆਪਾਂ ਦਸਬੰਦੀ ਕੱਢਣੀ ਹੈ ਨਾ, ਤੇ ਉਦੋਂ ਆਪਾਂ ਆਖਣਾ ਕਿ ਗੁਰਦੁਆਰੇ ਵਿੱਚ ਇਹ ਗੁਰੂ ਦੀ ਭੇਟਾ ਹੈ, ਇਹ ਮੇਰੀ ਨਹੀਂ ਹੈ, ਇਹ ਗੁਰੂ ਦਾ ਦਸਬੰਧ ਹੈ, ਗੁਰੂ ਦੀ ਭੇਟਾ, ਗੁਰੂ ਨੂੰ ਅਰਪਣ ਕਰਨੀ ਹੈ। ਦਾਨ ਸ਼ਬਦ ਤੇ ਭੇਟਾ ਵਿੱਚ ਬਹੁਤ ਵੱਡਾ ਅੰਤਰ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਿਆ, ਅੱਜ ਤੂੰ ਰਾਜਾ ਬਣ ਗਿਆ, ਤੈਨੂੰ ਜਿੱਤ ਪ੍ਰਾਪਤ ਹੋਈ ਹੈ, ਜਿਸ ਗੁਰੂ ਪਾਸੋਂ ਦਾਤ ਲਈ ਆ, ਅੱਜ ਉਹਨੂੰ ਆਖਦਾ ਹੈ ਕਿ ਦੱਸ ਤੈਨੂੰ ਗੁਰੂ ਨੂੰ ਮੈਂ ਕੀ ਦੇਣਾ ਕਰਾਂ? ਕਹਿੰਦੇ ਇਸ ਕਰਕੇ ਕਹਿੰਦੇ ਭਾਈ ਜਿਹੋ ਜਿਹਾ ਤੂੰ ਪਹਿਲਾਂ ਰਣਜੀਤ ਸਿੰਘ ਬਣ ਕੇ ਆਇਆ ਸੀ, ਗੁਰੂ ਦੇ ਦਰ ਤੇ ਉਹੋ ਜਿਹਾ ਬਣ ਕੇ ਰਹਿ, ਮਨ 'ਚ ਹੰਕਾਰ ਨਾ ਕਰੀ। ਜੇ ਗੁਰੂ ਨੇ ਰਾਜ ਭਾਗ ਦਿੱਤਾ ਤੇ ਗੁਰੂ ਰਾਜ ਭਾਗ ਖੋਹ ਵੀ ਲੈਂਦਾ ਹੈ। ਫਿਰ ਉਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੱਥ ਜੋੜੇ, ਖਿਮਾ ਮੰਗੀ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ, ਬਾਕੀ ਗਈ ਗੱਲ ਸਹੀ ਹੈ, ਮੈਂ ਗੁਰੂ ਦੇ ਦਰ ਦਾ ਭਿਖਾਰੀ ਹਾਂ, ਮੈਂ ਗੁਰੂ ਦੇ ਦਰ ਨੂੰ, ਗੁਰੂ ਨੂੰ ਕੀ, ਗੁਰੂ ਦੇ ਦਰ ਤੇ ਤਾਂ ਮੈਂ ਲੈਣ ਵਾਲਾ ਹਾਂ। ਕਿਉਂਕਿ ਜਦੋਂ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿੰਨੇ ਵੀ ਜੰਗ ਯੁੱਧ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ 'ਚ ਕੀਤੇ ਨੇ, ਜੰਗ ਯੁੱਧ ਕਰਨ ਤੋਂ ਪਹਿਲਾਂ ਉਹ ਜਿੱਤ ਪ੍ਰਾਪਤ ਕਰਨ ਲਈ ਗੁਰੂ ਰਾਮਦਾਸ ਪਾਤਸ਼ਾਹ ਦਰ 'ਤੇ ਆਉਂਦਾ ਸੀ। ਗੁਰੂ ਰਾਮਦਾਸ ਪਾਤਸ਼ਾਹ ਦਰ 'ਤੇ ਆ ਕੇ ਫਿਰ ਉਹਨਾਂ ਅਰਦਾਸ ਕਰਨੀ, ਜਿੱਤ ਪ੍ਰਾਪਤ ਹੋ ਜਾਣੀ, ਫਿਰ ਆ ਕੇ ਸ਼ੁਕਰਾਨਾ ਕਰਨਾ, ਇੰਨੀ ਸ਼ਰਧਾ ਭਾਵਨਾ ਸੀ। ਸੋ ਇਹ ਜੁਰਤ ਵਾਲੇ ਬੋਲ ਗੁਰੂ ਸਾਹਿਬ ਉਹੀ ਬੋਲ ਸਾ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਹੋਵੇ,
ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਟੇਕਿਆ ਹੋਵੇ ਉਹੀ ਇੱਕ ਰਾਜੇ ਨੂੰ, ਮਹਾਰਾਜੇ ਨੂੰ ਆਖ ਸਕਦਾ ਏ ਕਿ ਰਣਜੀਤ ਸਿੰਘ ਭਿਖਾਰੀ ਬਣ ਕੇ ਆ ਗੁਰੂ ਦੇ ਦਰ ਤੇ, ਰਾਜਾ ਬਣ ਕੇ ਨਾ ਆਣਾ ਕਰ। ਤੇ ਉਹ ਇਹੋ ਜਿਹੇ ਪਿਆਰਿਆਂ ਦੇ ਵਾ ਸਤਿਗੁਰੂ ਕਹਿੰਦੇ ਨੇ, ਹੋ ਤਿੰਨ ਬਲਿਹਾਰੀ ਜੋ ਸਾਚਾ ਲਾਗੇ, ਕਿ ਮੈਂ ਉਹਨਾਂ ਤੋਂ ਬਲਿਹਾਰ ਹਾਂ, ਸਦਕੇ ਹਾਂ। ਕਿਹਨਾਂ ਤੋਂ? ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਨਾਲ ਲੱਗੇ ਹੋਏ ਹਨ, ਹਰ ਸਮੇਂ ਪਰਮਾਤਮਾ ਦੇ ਗੁਣ ਗਾਉਂਦੇ ਆ। ਹਰ ਗੁਣ ਗਾਵਹਿ ਅਨ ਦਿਨ ਜਾਗੇ। ਹਰੀ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਨ, ਅਨ ਦਿਨ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ। ਅਨ ਤੇ ਦਿਨ, ਰਾਤ ਤੇ ਦਿਨ, ਭਵ ਹਰ ਸਮੇਂ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬਹਿੰਦਿਆਂ ਹਰ ਸਮੇਂ ਉਸ ਮਾਲਕ ਨੂੰ ਚੇਤੇ ਕਰਦੇ ਨੇ, ਇੱਕ ਵੀ ਆਪਣਾ ਸਾਹ ਜਿਹੜਾ ਵਿਅਰਥ ਨਹੀਂ ਜਾਣ ਦਿੰਦੇ ਹਨ। ਇਸ ਤਰ੍ਹਾਂ ਉਹ ਜਾਗਰਤ ਅਵਸਥਾ ਵਿੱਚ ਹਨ। ਸਾਚਾ ਸੂਖ ਸਦਾ ਤਿਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਸੱਚ ਦੇ ਉਪਾਸ਼ਕ ਹੋਣ ਕਰਕੇ ਉਹਨਾਂ ਦੇ ਅੰਦਰ ਸੱਚ ਸਮਾਇਆ ਹੋਇਆ ਹੈ, ਤੇ ਉਹਨਾਂ ਜਿਨ੍ਹਾਂ ਦੇ ਅੰਦਰ ਸੱਚ ਸਮਾ ਜਾਂਦਾ ਉਹਨਾਂ ਨੂੰ ਸਦੀਵੀ ਕਾਲ ਦਾ ਸੁੱਖ ਮਿਲ ਜਾਂਦਾ। ਫਿਰ ਸੁੱਖ ਇਹ ਦੁਨਿਆਵੀ ਸੁੱਖ ਨਹੀਂ, ਜੇ ਚੰਗਾ ਖਾ ਲਿਆ, ਚੰਗਾ ਪਹਿਨ ਲਿਆ, ਵਧੀਆ ਗੱਡੀ ਮਿਲ ਗਈ, ਵਧੀਆ ਘਰ ਮਿਲ ਗਿਆ, ਇਹ ਤਾਂ ਜ਼ਿੰਦਗੀ ਜੋ ਲਿਖਿਆ ਹੋਇਆ ਸਾਨੂੰ ਮਿਲਣਾ ਹੀ ਹੈ, ਇਹ ਸੁੱਖ ਨਹੀਂ। ਸੁੱਖ ਕਿਹੜਾ? ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮਰਨ ਤੋਂ ਬਾਅਦ ਵੀ ਉਹ ਸੁੱਖ ਜਿਹੜਾ ਕਦੇ ਭੰਗ ਨਹੀਂ ਹੁੰਦਾ ਹੈ, ਜਿਹਨੂੰ ਮੁਕਤੀ ਦਾ ਦਰ ਆਖੇ। ਮੁਕਤੀ ਹੈ ਇਹੀ ਹੈ ਗੁਰੂ ਸਰ ਵਿੱਚ, ਕਿ ਤਾਂ ਹੀ ਸਤਿਗੁਰੂ ਨੇ ਕਹਿਤਾ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਨਾ ਮੈਨੂੰ ਰਾਜ ਭਾਗ ਚਾਹੀਦਾ, ਨਾ ਮੁਕਤੀ ਚਾਹੀਦੀ ਹੈ, ਮੈਨੂੰ ਸੋਹਣੇ ਕਮਲਾਂ ਵਰਗੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਪ੍ਰਭੂ ਦੇ ਪਿਆਰਿਆਂ ਨੂੰ ਫਿਰ ਨਾਮ, ਜਿਹੜੇ ਨਾਮ ਜੁੜੇ ਹੁੰਦੇ ਨੇ ਨਾ, ਅਸਲ ਵਿੱਚ ਉਹਨਾਂ ਲਈ ਗੁਰੂ ਸਰ ਇਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ। ਹਰ ਸਮੇਂ ਆਨੰਦ ਵਿੱਚ ਉਹ ਰਹਿੰਦੇ, ਆਨੰਦ ਕਦੇ ਭੰਗ ਨਹੀਂ ਹੁੰਦਾ ਹੈ। ਕਹਿੰਦੇ ਰਸਨਾ ਦੇ ਨਾਲ ਜਿਹੜਾ ਹਰੀ ਹਰੀ ਜਪਣਾ, ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਦੁਨੀਆ ਦੇ ਲੋਕ ਸੱਚੇ ਧਨ ਨੂੰ ਛੱਡ ਕੇ ਕੱਚੇ ਧਨ ਨੂੰ ਕੱਤਰ ਕਰਦੇ ਨੇ, ਜਮ੍ਹਾਂ ਰਾਸ ਪੂੰਜੀ ਰੱਖਦੇ ਨੇ। ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਐ ਸਿੱਖਾ, ਤੇਰੇ ਲਈ ਹਰੀ ਦਾ ਨਾਮ ਰੂਪੀ ਧਨ ਹੀ ਰਾਸੀ ਹੈ। ਇਹ ਰਾਸੀ ਉਹਨਾਂ ਗੁਰਮੁਖਾਂ ਨੇ ਰਸਨਾ ਨਾਲ ਜਪ ਜਪ ਕੇ ਆਪਣੇ ਹਿਰਦੇ ਰੂਪੀ ਭਾਂਡੇ ਵਿੱਚ ਇਕੱਤਰ ਕਰਕੇ ਰੱਖਿਆ ਹੋਇਆ ਹੈ, ਇਸ ਨੂੰ ਜਮ੍ਹਾਂ ਕੀਤਾ ਹੋਇਆ ਹੈ। ਹਰ ਨਾਮ ਚੇਤਾ ਅਵਰ ਨ ਪੂਜਾ, ਏਕੋ ਸੇਵੀ ਅਵਰ ਨ ਦੂਜਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਕਹਿੰਦੇ ਭਾਈ ਇਹੋ ਜਿਹੇ ਗੁਰਮੁਖ ਪਿਆਰੇ ਹਰ ਸਮੇਂ ਹਰੀ ਦੇ ਨਾਮ ਨੂੰ ਚੇਤੇ ਰੱਖਦੇ ਹਨ, ਕਦੇ ਹਰੀ ਦੇ ਨਾਮ ਨੂੰ ਭੁਲਾਉਂਦੇ ਨਹੀਂ ਹਨ। ਤੇ ਅਵਰ ਨ ਪੂਜਾ, ਤੇ ਪਰਮੇਸ਼ਰ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਈ। ਇੱਕ ਪਰਮੇਸ਼ਰ ਦੀ ਪੂਜਾ ਕਰਦੇ, ਪ੍ਰਮਾਤਮਾ ਦਾ ਨਾਮ ਜਪਣਾ ਉਹਨਾਂ ਲਈ ਹੀ ਪੂਜਾ ਹੈ। ਤੇ ਏਕੋ ਸੇਵੀ ਅਵਰ ਨਾ ਦੂਜਾ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਇੱਕ ਪਾਸੇ ਆਪਾਂ ਗੁਰੂ ਗ੍ਰੰਥ ਸਾਹਿਬ ਵੱਲ ਮੱਥਾ ਟੇਕਦੇ ਹਾਂ, ਸਤਿਗੁਰੂ ਨੂੰ ਆਪਣਾ ਇਸ਼ਟ ਮੰਨਦੇ ਹਾਂ, ਸਤਿਗੁਰੂ ਨੂੰ ਆਪਣਾ ਸਭ ਕੁਝ ਮੰਨਦੇ ਹਾਂ। ਦੂਜੇ ਪਾਸੇ ਗੁਰੂ ਸਬਾਰੇ ਆਪਾਂ ਗੁਰੂ ਨੂੰ ਛੱਡ ਕੇ ਹੋਰਨਾਂ ਅਨਮਤੀਆਂ ਦੇ ਜਾ ਕੇ ਮੱਥਾ ਟੇਕੀ ਜਾ ਰਿਹਾ। ਤੇ ਕੀ ਸਾਨੂੰ ਗੁਰੂ ਪਾਤਸ਼ਾਹ ਦੀ ਖੁਸ਼ੀਆਂ ਮਿਲ ਜਾਣਗੀਆਂ? ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਸਤਿਕਾਰ ਸਿੱਖ ਨੇ ਹਰ ਧਰਮ ਦਾ ਕਰਨਾ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਕੋਈ ਵੀ ਹੈ, ਸਾਰੇ ਧਰਮ ਸਤਿਕਾਰਯੋਗ ਨੇ। ਪਰ ਸਿੱਖ ਨੇ ਕੇਵਲ ਆਪਣੇ ਧਰਮ 'ਤੇ ਵਿਸ਼ਵਾਸ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਪੂਰਨ ਵਿਸ਼ਵਾਸ ਰੱਖ ਗੁਰੂ ਨੂੰ ਆਪਣਾ ਸਭ ਕੁਝ ਮੰਨਣਾ ਹੈ। ਪਰ ਆਮ ਤੌਰ 'ਤੇ ਗੁਰੂ ਸਵਾਰਿਓ ਇੱਕ ਪਾਸੇ ਸਤਿਗੁਰੂ ਨੂੰ ਮੱਥਾ, ਦੂਜੇ ਪਾਸੇ ਆਪਾਂ ਉਹ ਕਰਮ ਕਰੀ ਜਾਣੇ ਜਿਹੜੇ ਕਰਮਾਂ ਕਰਕੇ ਸਾਡੀ ਗੁਰੂ ਪਾਤਸ਼ਾਹ ਨਾਲ ਬਿੱਥ ਦਿਨ ਦਿਨ ਵੱਧਦੀ ਜਾ ਰਹੀ ਹੈ। ਬਿੱਥ ਨੂੰ ਤਾਂ ਘਟਾਉਣਾ, ਆਪਾਂ ਬਿੱਥ ਕਰਨੀ ਹੈ
ਬਾਣੀ ਪੜ੍ਹ ਕੇ ਸਿਮਰਨ ਕਰਕੇ ਚੰਗੇ ਕਰਮ ਕਰਕੇ ਇੱਕ ਪਾਸੇ ਆ ਬਾਣੀ ਵੀ ਪੜ੍ਹਦੇ ਰਹੀਏ, ਚੰਗੇ ਕਰਮ ਵੀ ਕਰਦੇ, ਨਾਲ ਆਪਾਂ ਉਹ ਕਰਮ ਕਾਂਢੀ ਵੀ ਬਣੇ ਰਹੀਏ ਤੇ ਮਾਫ਼ ਕਰਨਾ, ਫਿਰ ਸਾਨੂੰ ਗੁਰੂ ਪਾਤਸ਼ਾਹ ਦੀ ਖੁਸ਼ੀਆਂ ਨਸੀਬ ਨਹੀਂ ਹੋਣੀਆਂ ਹਨ। ਤੇ ਸਤਿਗੁਰੂ ਕਹਿੰਦੇ ਜਿਹੜਾ ਪ੍ਰਭੂ ਦਾ ਪਿਆਰਾ ਹੈ, ਗੁਰਸਿੱਖ ਹੈ, ਇੱਕ ਪਰਮੇਸ਼ਰ ਨੂੰ ਸੇਵਦਾ, ਅਵਰ ਨਾ ਦੂਜਾ, ਦੂਜੇ ਹੋਰ ਕਿਸੇ ਦੀ ਸੇਵਾ ਨਹੀਂ ਕਰਦਾ, ਕੇਵਲ ਇੱਕ ਨਿਰੰਕਾਰ ਦਾ ਸਿੱਖ ਉਪਾਸਕ ਹੈ। ਪੂਰਾ ਗੁਰ ਸਭ ਸੱਚ ਦਿਖਾਇਆ, ਸੱਚੈ ਨਾਮ ਨਿਵਾਸੀ ਹੈ। ਪੂਰਨ ਗੁਰੂ ਨੇ ਗੁਰ ਪੂਰਾ ਗੁਰ ਸਭ ਸੱਚ, ਸਭ ਸੱਚ ਦਿਖਾਇਆ, ਸਭ ਕੁਝ ਸੱਚ ਦਿਖਾ ਦਿੱਤਾ। ਕੀ ਸੱਚ ਦਿਖਾਇਆ? ਸੱਚ ਕੀ ਹੈ? ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੀ ਸੱਚ ਹੈ, ਇਹੀ ਜਪਣਾ ਕਰ, ਇਹਨੂੰ ਜਪ ਕੇ ਐ ਭਾਈ ਤੇਰਾ ਭਲਾ ਹੋਣਾ ਹੈ। ਤੇ ਪੂਰੇ ਗੁਰੂ ਦੇ ਲੜ ਲੱਗ ਕੇ ਫਿਰ ਉਹ ਸੱਚੇ ਪਰਮੇਸ਼ਰ ਦੀ ਆਰਾਧਨਾ ਕਰਨ ਲੱਗੇ ਤੇ ਜਿਉਂ-ਜਿਉਂ ਅਭਿਆਸ ਕਰਦੇ ਗਏ ਤਿਉਂ-ਤਿਉਂ ਗੁਰੂ ਦੀ ਕਿਰਪਾ ਦੇ ਨਾਲ ਤੇ ਇਹ ਸੱਚਾ ਨਾਮ ਨਿਵਾਸੀ ਹੈ ਤੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਕਹਿੰਦੇ ਅੰਦਰ ਵਾਸਾ ਹੋਣ ਲੱਗ ਪਿਆ, ਟਿਕਾ ਹੋ ਗਿਆ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 7 ਪਦਿਆਂ ਦੀ ਵਿਚਾਰ ਪਾਤਸ਼ਾਹ ਨੇ ਆਪ ਕਰਵਾਈ ਹੈ।